जी का खालसा वाहिगुरु जी की फतेह। सतगुरां दी सुहावनी गोद विच अत प्रेम सहित शाम के दीवाना विच आप जी जुड़ बैठे हो। शुभ घड़ियां प्राप्त हुईयां ने संगत करन दियां। आओ इन्हां दा आनंद माणीए। गुरु नानक साहब जियां दी पावन अमृतमय जीवन कथा दे विचों आप जी ने सरवण कीता सी। एक दो रातां राय बुलार जी के घर बतीत करन तो बाद जदों माता पिता पश्चाताप करते ने साडा पुत साडे कहने तो बाहर है। सहज सुभाव सतगुरु जी घर आए ने। मां त्रिपता ने अपने पुत नूं वेखिया, घुट के गल लाया, बड़े प्रेम नाल समझाउंदे ने, पुत्रा कोई काम कार ना कर, बेशक बेला रहा कर, पर रहा मेरिया नजरां दे सामने कर। गुरु नानक साहब सच्चे पातशाह जी ने कोई हमदर्दी, कोई लिहाज माता जी के सन्मुख भी न रखी। इन्हें पिता जी आगे चल के, पुत तू लोकां च मेरी बदनामी करवाती, मोदी खाना छड़ दिता है, सारियां फकीरां कोल उजाड़ दिता है, पैसे ते तू संभाली नहीं गई। हुण भी जे माड़ी मोटी साडी पत रखनी चाहुंदा ते आ ला दे कपड़े जिहड़े पाई फिरदे। जे कोई भी काम कार नहीं करना चाहुंदा, वेला घर ही बैठा रहे। बड़े मंदड़े ते कौड़े बोल भी पिता ने बोले, पर गुरु नानक साहब महाराज अपने आनंद विच अपने रस च बैठे रहे। इन्हां सारे प्रसंगां दा आपां आनंद माणे है। आओ कुछ समा मन व्यक्तियां नूं एकाग्र चित बनाइए। पाओ प्रेम दी सांझ गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। जनक की बातें सुन तू सण ही रहे गुर, वाक न बखान्यो सो कल्याण को जो दानिया। सतगुरां दी ये पावन कथा भाई बाला जी बड़ी श्रद्धा दे बहन विच बह के सुना रहे थे। गुरु पातशाह जी दे पिता ने अपनी सोच के मुताबिक पूरा समझाउण दा यतन कीता, पर बेबस रहे। कौड़े शब्द भी बोल देते, फीके बोल भी बोले, जिन्ने ताने मार सकते सी उन्हें ताने भी मारे। भी कहते पोते इन्हां गल्लां नूं सुन के मन ते ला लए। पर सतगुरु सच्चे पातशाह जी ने पिता जी के वचनां नूं सुन के गुस्सा नहीं बनाया। शांत इदां बैठे ने जिवें कुछ सुनिया होवे ना। कमल बदन ते निकासीना अलिन गिर, पात की मिठाई जिस सम ही परवानियां। कौड़े बोल बोलण तो बाद पिता बेशक बड़े अशांत हन, शांति नहीं आ रही। पर मेरे सतगुरु गुरु नानक साहब महाराज ने ना मिठे बोल बोले, ना बोले कौड़े बोले कुछ नहीं। पिता चाहते सी बोले। तुसी जद किसी नाल लड़ो ते कोई तुहाडे सामने बोले, समझो
ਉਹ ਤੁਹਾਡੀ ਪਰਵਾਹ ਕਰਦਾ ਹੈ, ਤੁਸੀਂ ਉਹਦੀ ਪਰਵਾਹ ਕਰ ਰਹੇ ਹੋ। ਕੋਈ ਤੁਹਾਡੇ ਨਾਲ ਲੜੇ ਵੀ, ਬੰਦਾ ਕਹਿੰਦਾ ਪਿਆਰ ਨਾਲ ਨਹੀਂ ਬੋਲਣਾ, ਲੜ ਕੇ ਹੀ ਬੋਲਦੇ ਰਿਹਾ। ਪਿਤਾ ਚਾਹੁੰਦੇ ਸੀ ਮੈਂ ਆਪਣੇ ਪੁੱਤ ਨੂੰ ਝਿੜਕਾਂ ਤੇ ਪੁੱਤ ਅੱਗੋਂ ਕੁਝ ਬੋਲੇ ਤੇ ਸਹੀ, ਪਰ ਗੁਰੂ ਨਾਨਕ ਸਾਹਿਬ ਜੀ ਨੇ ਬੋਲਣਾ ਹੀ ਬੰਦ ਕਰਤਾ, ਜਵਾਬ ਦੇਣਾ ਹੀ ਬੰਦ ਕਰਤਾ, ਸ਼ਾਂਤ ਬੈਠੇ ਆ। ਇਸ ਗੱਲ ਦਾ ਦੁੱਖ ਵੀ ਪਿਤਾ ਨੂੰ ਹੈ ਵੀ ਜੇ ਕਿਤੇ ਨਾ ਕਿਤੇ ਬੋਲਦਾ ਮੇਰੀ ਪਰਵਾਹ ਤੇ ਕਰਦਾ, ਮਤਲਬ ਪਰਵਾਹ ਖਤਮ ਹੋ ਗਈ। ਇਹ ਗੱਲਾਂ ਸੋਚ ਸੋਚ ਪਿਤਾ ਜੀ ਬੜੇ ਦੁਖੀ ਨੇ, ਪਰ ਸਤਿਗੁਰ ਜੀ ਪ੍ਰਸੰਨ ਚਿੱਤ, ਜਿਵੇਂ ਕਮਲ ਦਾ ਫੁੱਲ ਤੇ ਗੁਲਾਬ ਦਾ ਫੁੱਲ ਖਿੜਿਆ ਟਹਿਕਦਾ ਨਾ, ਅੱਜ ਸਾਹਿਬਾਂ ਦੇ ਚਿਹਰੇ ਤੇ ਮੁਸਕਰਾਹਟ ਹੈ, ਹਾਸਾ ਹੈ, ਪ੍ਰੇਮ ਹੈ, ਸ਼ਾਂਤੀ ਦਾ ਨੂਰ ਹੈ। ਨਾ ਉਹਨਾਂ ਮਿੱਠਾ ਬੋਲਿਆ ਤੇ ਨਾ ਬੋਲਿਆ ਕੌੜਾ, ਮਤਲਬ ਪਿਤਾ ਦੀਆਂ ਗੱਲਾਂ ਸੁਣ ਕੇ ਅਣਸੁਣੀਆਂ ਕੀਤੀਆਂ ਨੇ। ਮਾਨਸ ਮੈਂ ਹੰਸਨੀ ਸੀ ਤਾਹੀ ਬਿਰਾਜ ਰਹੀ, ਹੋਤੀ ਜੋ ਵਿਗਿਆਨ ਕੇ ਆਨੰਦ ਮੈਂ ਸਮਾਨੀਆਂ। ਗਿਆਨ ਤੇ ਆਨੰਦ ਦੀ ਭਰੀ ਸ਼ਬਦਾਵਲੀ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੇ ਏਦਾਂ ਵਿਰਾਜਮਾਨ ਸੀ ਜਿਵੇਂ ਮਾਨ ਸਰੋਵਰ ਵਿੱਚ ਹੰਸਣੀਆਂ ਰਹਿੰਦੀਆਂ। ਪਰ ਗੁਰੂ ਸਾਹਿਬ ਨੇ ਆਪਣੀ ਰਸਨਾ ਤੋਂ ਕੋਈ ਸ਼ਬਦ ਨਾ ਕਿਹਾ। ਪਿਤਾ ਜੀ ਚੁੱਪ ਹੋ ਗਏ, ਉੱਠ ਪਏ, ਕਹਿੰਦੇ ਕੋਈ ਫਾਇਦਾ ਨਹੀਂ ਤੇਰੇ ਤੇ ਮੱਥਾ ਮਾਰਨ ਦਾ, ਤੂੰ ਕਿਹੜਾ ਸੁਧਰ ਜਾਣਾ ਹੈ, ਤੈਨੂੰ ਫਰਕ ਨਹੀਂ ਪੈਂਦਾ। ਹੁਣ ਸਤਿਗੁਰਾਂ ਦੀ ਚੁੱਪ ਪਿਤਾ ਨੂੰ ਚੁੱਭ ਰਹੀ ਹੈ। ਚੁੱਭਦੀ ਇਸ ਕਰਕੇ ਹੈ, ਪਿਤਾ ਨੂੰ ਲੱਗਦਾ ਜੇ ਮੇਰਾ ਪੁੱਤ ਮੇਰੀ ਕਿਸੇ ਗੱਲ ਦਾ ਜਵਾਬ ਦੇਗਾ ਤੇ ਮੈਨੂੰ ਲੱਗੇਗਾ ਇਹ ਘਰ ਪਰਿਵਾਰ ਦਾ ਮੋਹ ਕਰਦਾ ਹੈ। ਜਿਹਨੂੰ ਫਿਕਰ ਹੈ ਕੋਈ ਨਹੀਂ, ਉਹਦੇ ਸਾਹਮਣੇ ਭਾਵੇਂ ਘਰ ਢਾ ਦਿਓ, ਭਾਵੇਂ ਨਵਾਂ ਘਰ ਬਣਾ ਦਿਓ, ਉਹਨੂੰ ਕੀ ਮਤਲਬ ਹੈ। ਜਿਹਨੂੰ ਫਰਕ ਹੋਊਗਾ ਨਾ ਘਰ ਦਾ ਮੋਹ ਹੋਊਗਾ, ਉਹਦੇ ਘਰ ਦੇ ਵਿੱਚ ਇੱਕ ਪੱਥਰ ਇੱਧਰ ਤੋਂ ਉੱਧਰ ਲਾ ਦਿਓ, ਬੋਲੇ ਨਾ ਬੋਲੇ ਅੰਦਰੋਂ ਤੜਫ ਜਾਣਾ ਮੇਰੇ ਘਰ ਦੇ ਵਿੱਚ ਇਹ ਕਿਉਂ ਕੀਤਾ। ਪਰ ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸੂਈ ਦੇ ਨੱਗੇ ਜਿੰਨਾ ਵੀ ਉਹ ਰੰਗ ਨਹੀਂ ਹੈ। ਪਿਤਾ ਦੀਆਂ ਗੱਲਾਂ ਸੁਣੀਆਂ ਅਣਸੁਣੀਆਂ ਨੇ, ਕਿਉਂਕਿ ਜਗ ਦੀਆਂ ਵੀ ਸੁਣੀਆਂ। ਕਿੰਨਾ ਕੁਛ ਲੋਕਾਂ ਨੇ ਕਿਹਾ, ਉਹ ਸਾਧੂ ਨੇ, ਫਕੀਰ ਨੇ, ਮਹਾਤਮਾ ਨੇ। ਇਸੇ ਕਰਕੇ ਦੁਨੀਆ ਨੂੰ ਜਦੋਂ ਝੂਠੀ ਸਮਝਦੇ ਆ ਤੇ ਝੂਠੀ ਦੁਨੀਆ ਦੇ ਬੋਲਾਂ ਦਾ ਅਸਰ ਕੀ ਹੈ। ਅਸੀਂ ਕਿਸੇ ਚੀਜ਼ ਨੂੰ ਝੂਠਿਆ ਮੰਨ ਲਿਆ, ਮੇਰਾ ਮਿੱਤਰ ਝੂਠਾ ਹੈ, ਮੇਰਾ ਰਿਸ਼ਤੇਦਾਰ ਝੂਠਾ ਹੈ, ਮੰਨਣ ਦੀ ਗੱਲ ਹੈ। ਤੇ ਫਿਰ ਉਹਦੀਆਂ ਗੱਲਾਂ ਦਾ ਸਾਡੇ ਦਿਲ ਤੇ ਕਿੰਨਾ ਅਸਰ ਹੁੰਦਾ, ਸੁਭਾਵਿਕ ਗੱਲ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਇਸ ਦੁਨੀਆ ਨੂੰ ਝੂਠੀ ਜਾਣ ਰਹੇ ਆ, ਮੰਨਦੇ ਆ, ਕਹਿੰਦੇ ਇਸ ਦੁਨੀਆ ਦਾ ਬੋਲਿਆ ਮਨ ਤੇ ਪ੍ਰਭਾਵ ਨਹੀਂ ਹੋਊਗਾ। ਮਾਤਾ ਜੀ ਫਿਰ ਕੋਲ ਆ ਕੇ ਕਹਿੰਦੇ ਪੁੱਤ ਤੂੰ ਸ਼ਬਦ ਹੀ ਬੋਲਦੇ, ਕਿਉਂ ਰੁੱਸਿਆ ਰਹਿਣਾ ਏ, ਕਿਉਂ ਉਦਾਸ ਹੋਣਾ ਏ। ਹਿਤ ਸੋ ਬੁਲਾਏ ਮਾਤਾ ਭੋਜਨ ਅਚਾਇਓ, ਪੁਨ ਪਾਨ ਪੈ ਕਰਾਇਓ, ਵਰਜੰਕ ਪੁੜੇ ਆਨੀਆਂ। ਮਾਤਾ ਜੀ ਬੁਲਾ ਲੈਂਦੇ ਆ, ਬੁਲਾ ਕੇ ਕੋਲ ਬਿਠਾ ਕੇ ਭੋਜਨ ਛਕਾਉਂਦੇ ਆ, ਜਲ ਛਕਾਉਂਦੇ ਆ। ਪਰ ਕਦੇ ਵੀ ਹੁਣ ਗੁਰੂ ਬਾਬਾ ਜੀ ਨੇ ਇਹ ਨਹੀਂ ਕਿਹਾ ਮਾਤਾ ਅੱਜ ਮੇਰੇ ਲਈ ਚਾਵਲ ਬਣਾ ਦੇ, ਚੌਲ ਬਣਾ ਦੇ, ਅੱਜ ਮੈਨੂੰ ਆਹ ਚੀਜ਼ ਖਾਣੀ ਪਸੰਦ ਹੈ, ਨਹੀਂ ਬੋਲਦੇ। ਜੇ ਮਾਤਾ ਦੀ ਸੱਦਾ ਦੇ ਦੇਣ ਤੇ ਆ ਜਾਂਦੇ ਆ, ਮਨਾ ਵੀ ਨਹੀਂ ਕਰਦੇ। ਜੋ ਸ਼ਿਕਾਇਤਾਂ ਛਕ ਲੈਣਾ, ਜਦੋਂ ਸੌਣ ਲੱਗਦੇ ਆ ਤੇ ਮਾਂ ਦੁੱਧ ਦਾ ਗਲਾਸ ਲੈ ਆਉਂਦੀ, ਪੁੱਤ ਦੁੱਧ ਪੀ ਕੇ ਸੌਂ। ਗੁਰੂ ਨਾਨਕ ਸਾਹਿਬ ਮਹਾਰਾਜ ਉਸੇ ਵੇਲੇ ਗਲਾਸ ਫੜਦੇ ਆ, ਪਿੱਤਲ ਦਾ ਦੁੱਧ ਛਕ ਲੈਂਦੇ ਆ। ਕਦੇ ਨਹੀਂ ਕਿਹਾ ਮਾਂ ਦੁੱਧ 'ਚ ਮਿੱਠਾ ਘੱਟ ਹੈ, ਦੁੱਧ ਠੰਡਾ ਹੈ ਜਾਂ ਗਰਮ ਹੈ, ਅੱਜ ਮੈਂ ਛਕਣਾ ਨਹੀਂ। ਮਤਲਬ ਕਿਸੇ ਚੀਜ਼ ਦੀ ਪਰਵਾਹ ਕੋਈ ਨਹੀਂ। ਮਾਂ ਨੂੰ ਚਿੰਤਾ ਹੋਰ ਸਤਾਈ ਜਾਂਦੀ ਹੈ ਵੀ ਪੁੱਤ ਖਵਾਇਆ ਤੋਂ ਖਾਂਦਾ, ਪਲਾਇਆ ਤੋਂ ਪੀਂਦਾ। ਘਰ ਹੁੰਦਿਆਂ ਨੇ ਇੰਨਾ ਨਰਮੋਹਾ ਏ, ਇਹਨੂੰ ਖਾਣ ਪੀਣ ਦੀ ਪਰਵਾਹ ਨਹੀਂ ਤੇ ਬਾਹਰ ਇਹਦੀ ਪਰਵਾਹ ਕੌਣ ਕਰੂਗਾ। ਇਹਨੂੰ ਬਾਹਰ ਕੌਣ ਪੁੱਛੂਗਾ, ਉੱਥੇ ਤੇ ਮਾਂ ਨਹੀਂ ਬੈਠੀ। ਸਵਈਆ ਭੋਰ ਭਈ ਅਰਬਿੰਦ ਖਿਰੇ, ਹਰ ਨੋੜਿਆ ਤੇ ਚੱਕਵੇ ਹਰ ਖਾਏ। ਅੱਜ ਰਾਤ ਬਤੀਤ ਸਤਿਗੁਰਾਂ ਨੇ ਕੀਤੀ, ਆਨੰਦ 'ਚ ਸੁੱਤੇ ਪਏ ਆ। ਅੰਮ੍ਰਿਤ ਵੇਲਾ ਹੋਇਆ, ਬਿਨਾਂ ਦੱਸੇ ਉੱਠੇ ਆ, ਘਰੋਂ ਨਿਕਲ ਆਏ, ਖੂਹ ਤੇ ਜਾ ਕੇ ਇਸ਼ਨਾਨ ਕੀਤਾ, ਜੰਗਲਾਂ ਦੀ ਤਰਫ ਚੱਲ ਪਏ। ਸੁਭਾਵਿਕ ਹੀ ਅੰਮ੍ਰਿਤ ਵੇਲੇ ਜਾ ਸਤਿਗੁਰ ਜੰਗਲਾਂ 'ਚ ਬੈਠੇ ਆ। ਹੌਲੀ ਹੌਲੀ ਦਿਨ ਚੜ੍ਹੇ ਐ, ਸੂਰਜ ਦੀ ਟਿੱਕੀ ਨਿਕਲੀ ਐ। ਜਿਉਂ ਗੁਰੂ ਕੀ ਕਰਨਾ ਬਿਕਸੇ ਔਰ
ਮੇਲ ਸੁਖਿੰ ਸੁਮਤੀ ਮਨ ਪਾਏ। ਐਸੇ ਸਤਿਗੁਰੂ ਜਿਨ੍ਹਾਂ ਦੇ ਦਰਸ਼ਨ ਹਰ ਕੋਈ ਕਰਕੇ ਅੰਦਰੋਂ ਪ੍ਰਸੰਨ ਚਿੱਤ ਹੋ ਜਾਂਦਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਨੂਰਾਨੀ ਚਿਹਰਾ ਹੈ ਤੇ ਨੂਰ ਦੀਆਂ ਭਰੀਆਂ ਅੱਖੀਆਂ ਨੇ, ਜਿੱਧਰ ਵੇਖ ਲੈਂਦੇ ਆ ਰੱਬ ਨਾਲ ਜੋੜ ਦਿੰਦੇ, ਖੁਸ਼ੀਆਂ ਬਖਸ਼ਦੇ। ਭਾਈ ਬਾਲਾ ਜੀ ਵੀ ਅੰਮ੍ਰਿਤ ਵੇਲੇ ਸਤਿਗੁਰਾਂ ਨੂੰ ਮਿਲਣ ਆਉਂਦੇ ਆ, ਪਰ ਪਿਤਾ ਜੀ ਆਪਣੇ ਪੁੱਤ ਵੱਲ ਵੇਖ ਵੇਖ ਹੋਰ ਪਰੇਸ਼ਾਨ। ਜਦੋਂ ਪੁੱਤ ਅੱਖਾਂ ਤੋਂ ਦੂਰ ਸੀ ਉਦੋਂ ਇੰਨਾ ਦੁੱਖ ਨਹੀਂ ਸੀ ਜਿੰਨਾ ਅੱਜ ਲੱਗਦਾ ਏ। ਤਾਰੇ ਛਪੇ ਜਿਉ ਬਿਕਾਰ ਨਸੇ, ਜਨਮ ਮੌਤ ਮੰਗਨੈ ਦੀਸਨ ਪਾਏ। ਹੁਣ ਕਿਸੇ ਨੂੰ ਸਤਿਗੁਰ ਨਜ਼ਰ ਨਹੀਂ ਆਉਂਦੇ, ਭਾਵ ਅੱਗੇ ਬਚਪਨ ਚ ਚੋਜ ਵਰਤਾਉਂਦੇ ਰਹਿੰਦੇ ਸੀ, ਪਿੰਡ ਰਹਿੰਦੇ ਸੀ, ਚਰਚਾ ਦਾ ਵਿਸ਼ਾ ਬਣੇ ਹੁੰਦੇ ਸੀ। ਹੁਣ ਸਤਿਗੁਰੇ ਆਏ ਨੇ, ਕੋਈ ਗੱਲ ਹੀ ਨਹੀਂ ਕਰਦਾ। ਮੋਹ ਦੇ ਮਾਰੇ ਹੋਏ ਲੋਕ ਉਹ ਸਤਿਗੁਰਾਂ ਦੇ ਪਿਤਾ ਨੂੰ ਸਮਝਾਉਂਦੇ ਆ, ਤੇਰਾ ਪੁੱਤ ਤੇਰੇ ਕਹਿਣੇ ਤੋਂ ਬਾਹਰ ਹੈ, ਤੂੰ ਕਿਉਂ ਨਹੀਂ ਕੁਝ ਕਹਿੰਦਾ। ਤੇ ਕਈ ਕਹਿੰਦੇ ਰੱਬ ਪਰਮਾਤਮਾ ਨੇ, ਫਕਰ ਫਕੀਰ ਨੇ, ਸਾਈਂ ਨੇ, ਇਹਨਾਂ ਨੂੰ ਕਹਿੰਦਿਆਂ ਕੁਛ ਨਹੀਂ ਬਣਦਾ। ਹੁਣ ਮੋਹ ਦੇ ਭੇਜੇ, ਅਗਿਆਨਤਾ ਚ ਭੇਜੇ ਲੋਕ ਅਜੇ ਵੀ ਚੰਗਾ ਮਾੜਾ ਕਹਿ ਜਾਂਦੇ ਆ, ਪਰ ਜ਼ਿਆਦਾਤਰ ਰਾਏ ਭੋਏ ਦੀ ਤਲਵੰਡੀ ਚ ਸਾਰੇ ਸ਼ਾਂਤ ਨੇ, ਕਿਉਂਕਿ ਹੁਣ ਸਤਿਗੁਰ ਦੀ ਜਵਾਨੀ ਦੀ ਉਮਰ ਵਿੱਚ ਨੇ, ਕਿਸੇ ਕੋਲ ਆਉਂਦੇ ਜਾਂਦੇ ਨਹੀਂ। ਸੁਭਾਵਿਕ ਗੱਲਾਂ ਨੇ, ਬਚਪਨ ਵਿੱਚ ਜਿੰਨਾ ਤੁਹਾਡਾ ਰੌਲਾ ਹੋਏਗਾ ਉਹਨਾਂ ਜਵਾਨੀ ਚ ਨਹੀਂ ਹੋਏਗਾ। ਕਦੇ ਅਜ਼ਮਾ ਕੇ ਦੇਖਿਓ ਆਪਣੀ ਜ਼ਿੰਦਗੀ ਵਿੱਚ, ਬਚਪਨ ਵਿੱਚ ਤੁਹਾਨੂੰ ਹਰ ਕੋਈ ਬੁਲਾਏਗਾ, ਤੁਸੀਂ ਇੱਕ ਦਿਨ ਘਰੋਂ ਬਾਹਰ ਨਹੀਂ ਨਿਕਲੋਗੇ, ਲੋਕ ਪੁੱਛਦੇ ਪੁੱਤ ਕਿੱਥੇ ਸੀ ਇਹ ਦਿਨ, ਤੇ ਬੰਦਾ ਇੱਕ ਉਲਟ ਚੱਲਦਾ ਹੈ। ਉਹਨੂੰ ਲੱਗਦਾ ਬਚਪਨ ਚ ਮੈਨੂੰ ਕੋਈ ਨਹੀਂ ਸੀ ਜਾਣਦਾ, ਜਵਾਨੀ ਚ ਨਹੀਂ ਸੀ ਜਾਣਦਾ, ਹੁਣ ਬੁਢਾਪੇ ਚ ਮੈਨੂੰ ਸਾਰੀ ਦੁਨੀਆ ਜਾਣਦੀ ਹੈ। ਜਵਾਨੀ ਸਮੇਂ ਵਿੱਚ ਆ ਕੇ ਲੋਕ ਧਿਆਨ ਕਰਨਾ ਘੱਟ ਕਰ ਦਿੰਦੇ ਆ, ਕਹਿੰਦੇ ਆਪੇ ਤੁਰੇ ਫਿਰਦੇ, ਸਭ ਦਾ ਹੀ ਕੰਮ। ਬੁਢਾਪੇ ਚ ਤੇ ਆ ਕੇ ਕੋਲੋਂ ਵੀ ਨਹੀਂ ਪਤਾ ਲੱਗਦਾ ਲੱਗਿਆ ਕੌਣ ਹੈ, ਪਰ ਬੰਦਾ ਸੋਚਦਾ ਹੈ ਵੀ ਬਚਪਨ ਚ ਮੈਨੂੰ ਕਿਸੇ ਨੇ ਨਹੀਂ ਪਛਾਣਿਆ, ਜਵਾਨੀ ਚ ਲੋਕ ਮੈਨੂੰ ਜਾਣਦੇ ਆ। ਜਦੋਂ ਜਵਾਨੀ ਟੱਪਦਾ ਜਾਂਦਾ ਉਹ ਕਹਿੰਦਾ ਲੋਕਾਂ ਨੂੰ ਪਤਾ ਵੀ ਇਹ ਤੇ ਸੀਨੀਅਰ ਸਿਟੀਜ਼ਨ ਹੈ, ਇੱਥੋਂ ਦਾ ਪੁਰਾਣਾ ਵਸਨੀਕ ਹੈ, ਪਰ ਇਹ ਭੁਲੇਖਾ ਹੁੰਦਾ ਕਿਸੇ ਨੇ ਕਿਸੇ ਤੋਂ ਕੀ ਲੈ। ਹੁਣ ਜਵਾਨੀ ਦੀ ਉਮਰ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੇ ਆਪ ਚ ਰਹਿੰਦੇ ਆ, ਮਸਤ ਮੌਲਾ ਰਹਿੰਦੇ ਆ, ਨਾ ਕਿਸੇ ਦੇ ਆਉਂਦੇ ਨਾ ਕਿਸੇ ਦੇ ਜਾਂਦੇ। ਕਹਿੰਦੇ ਜਿਨ੍ਹਾਂ ਅੰਦਰ ਅਗਿਆਨ ਹੈ ਉਹ ਗੁਰੂ ਨਾਨਕ ਸਾਹਿਬ ਨੂੰ ਨਹੀਂ ਪਛਾਣਦੇ, ਗਿਆਨਵਾਨ ਪੁਰਸ਼ ਦੂਰੋਂ ਦਰਸ਼ਨ ਕਰਕੇ ਨਿਹਾਲ ਹੁੰਦੇ ਨੇ। ਈਨ ਸ਼ਨਾਣ ਗਏ ਉਦਿਆਨ, ਇਕੰਤ ਸਥਾਨ ਮੈਂ ਬੈਸ ਸੁਹਾਏ। ਘਰੇ ਦੂਜਾ ਦਿਨ ਬਤੀਤ ਹੋਇਆ, ਰਾਤ ਕੱਟੀ, ਦੂਜੇ ਦਿਨ ਸਤਿਗੁਰ ਜੀ ਘਰੋਂ ਇਸ਼ਨਾਨ ਕਰਕੇ ਇਕੱਲੇ ਇਕਾਂਤ ਵਿੱਚ ਜੰਗਲਾਂ ਚਾਣ ਬੈਠੇ। ਪਰ ਪਿਤਾ ਨੂੰ ਇਹ ਗੱਲਾਂ ਕਿੱਥੇ ਚੰਗੀਆਂ ਲੱਗਦੀਆਂ, ਉਹਨਾਂ ਨੂੰ ਤੇ ਲੱਗਦਾ ਸੀ ਮੇਰੇ ਸਮਝਾਇਆ ਤੋਂ ਮਾੜਾ ਮੋਟਾ 19-21 ਫਰਕ ਤੇ ਹੋਊਗਾ, ਪਰ ਜਦ ਵੇਖਿਆ ਸਵੇਰੇ ਉੱਠਿਆ ਪੁੱਤ ਦਾ ਪਲੜਾ ਖਾਲੀ ਹੈ ਨਹੀਂ। ਪਤਾ ਕੀਤਾ ਕਿੱਥੇ ਨੇ ਸਤਿਗੁਰ, ਕਹਿੰਦੇ ਜੰਗਲ ਵੇਲਿਆਂ ਸੀ। ਅੱਜ ਫੇਰ ਹਮੇਸ਼ਾ ਦੀ ਤਰ੍ਹਾਂ ਜੰਗਲਾਂ ਵਿੱਚ ਚੌਂਕੜਾ ਲੱਗਿਆ ਏ। ਦੋਹਰਾ ਰਜਨੀ ਰਹਿ ਨਿਕੇਤ ਮੇ, ਬਾਸਰ ਮੇ ਉਦਿਆਨ, ਦਿਵਸ ਬਿਤਾਏ ਤਹਿ ਕਛੂ, ਸ਼੍ਰੀ ਨਾਨਕ ਗੁਣ ਖਾਨ। ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਰਵਾਇਤ ਤੇ ਆਪਣੀ ਰੀਤ ਵਿੱਚ ਰਹਿੰਦੇ ਆ, ਰਾਤ ਕੱਟਣ ਘਰ ਆਉਂਦੇ ਆ। ਹੁਣ ਸਾਰਾ ਦਿਨ ਜੰਗਲਾਂ 'ਚ ਭੁੱਖੇ ਪਿਆਸੇ ਬੈਠੇ ਹੁੰਦੇ। ਮਾਪਿਆਂ ਨੂੰ ਤੇ ਫਿਕਰ ਫੇਰ ਉਹੀ ਹੈ ਵੀ ਅੱਗੇ ਵੀ ਕਿਹੜਾ ਪੁੱਤ ਅੱਖਾਂ ਸਾਹਮਣੇ ਬਹਿ ਕੇ ਭੋਜਨ ਛਕਦਾ ਸੀ ਜਿਹੜਾ ਹੁਣ ਘਰ ਰਹਿ ਕੇ ਛਕੂਗਾ। ਹਾਲਤ ਤੇ ਉਹੀ ਹੈ। ਮਾਂ ਤ੍ਰਿਪਤਾ ਅੱਜ ਵੀ ਤੜਫਦੀ, ਮੇਰਾ ਪੁੱਤ ਮੇਰੇ ਘਰ ਨਹੀਂ ਆਉਂਦਾ। ਰਾਤ ਨੂੰ ਆਉਂਦੇ ਆ ਸਤਿਗੁਰ, ਥੱਕ ਟੁੱਟ ਕੇ ਆਰਾਮ ਕਰਦੇ, ਸਵੇਰੇ ਉੱਠਣ ਤੋਂ ਪਹਿਲਾਂ ਫੇਰ ਚਲੇ ਜਾਂਦੇ। ਹੁਣ ਪਿਤਾ ਨੂੰ ਇਹ ਚੰਗਾ ਨਹੀਂ ਲੱਗਦਾ। ਉਹ ਕਹਿੰਦੇ ਚਲੋ ਜਦੋਂ ਬਾਹਰ ਸੀ ਉਦੋਂ ਇੰਨਾ ਕਿਤੇ ਸੀ ਵੀ ਲੋਕ ਬਹੁਤਾ ਪੁੱਛਦੇ ਨਹੀਂ ਸੀ। ਹੁਣ ਪੁੱਤਰ ਦੇ ਘਰੇ ਹੋਣ ਕਰਕੇ ਜ਼ਮਾਨਾ ਬਾਰ-ਬਾਰ ਇਹਨਾਂ ਦਾ ਜ਼ਿਕਰ ਕਰਦਾ ਏ। ਜੋ ਪਈ ਕਬੇ ਬੁਲਾਵੇ ਰਾਏ ਬੁਲਾਰੂ, ਦਰਸ਼ਨ ਬਦਨ ਬੇਲੋਕਤ ਚਾਰੂ। ਰਾਏ ਬੁਲਾਰ ਸਾਹਿਬ ਬੜੇ ਪ੍ਰਸੰਨ ਨੇ। ਉਹ ਕਦੇ ਕਦਾਈ ਗੁਰੂ ਨਾਨਕ ਸਾਹਿਬ ਜੀ ਨੂੰ ਸਦਾ ਭੇਜ ਦਿੰਦੇ, ਆਪਣਾ ਸੇਵਾਦਾਰ ਭੇਜ ਕੇ ਵੀ ਦਰਸ਼ਨ ਕਰਨੇ। ਭਾਵੇਂ ਸਤਿਗੁਰ ਜੰਗਲਾਂ ਵਿੱਚ ਹੋਣ, ਭਾਵੇਂ ਗੁਰੂ ਸਾਹਿਬ ਘਰੇ ਹੋਣ, ਉਸੇ ਵੇਲੇ ਚੱਲ ਕੇ ਜਾਂਦੇ, ਰਾਏ ਬੁਲਾਰ ਸਾਹਿਬ ਦੇ ਦੀਦਾਰ ਕਰਦੇ ਆ, ਮੁਲਾਕਾਤ ਹੁੰਦੀ ਹੈ। ਪਰ ਪਿਤਾ ਨੂੰ ਇਹੀ ਕੰਮ ਹੈ ਵੀ ਜਿਵੇਂ ਸਤਿਗੁਰ ਰਾਏ ਬੁਲਾਰ ਨਾਲ ਬੋਲਦੇ, ਮੇਰੇ ਨਾਲ ਕਿਉਂ ਨਹੀਂ ਬੋਲਦੇ? ਮੈਂ ਤੇ ਪਿਓ ਹਾਂ, ਪਿਤਾ ਹਾਂ, ਉਹ ਮੇਰਾ ਪੁੱਤ ਹੈ, ਪਰ ਮੇਰਾ ਪੁੱਤ ਹੋਣ ਦੇ ਬਾਵਜੂਦ ਮੇਰੀ ਪਰਵਾਹ ਕਿਉਂ ਨਹੀਂ ਕਰਦਾ?
ਭਜਨ ਦਿਜ ਤੇ ਰੁਚਰ ਕਰਾਵੇ, ਪੁੰਨ ਪਨ ਬਿਨੈ ਭਨੈ ਅਚਵਾਵੇ। ਰਾਏ ਬੁਲਾਰ ਸਾਹਿਬ ਨੂੰ ਪਤਾ ਹੁੰਦਾ ਵੀ ਸਤਿਗੁਰਾਂ ਨੂੰ ਭੁੱਖ ਲੱਗੀ ਹੈ, ਇਹਨਾਂ ਭੋਜਨ ਨਹੀਂ ਛਕਿਆ ਕਿਉਂਕਿ ਇਹ ਪ੍ਰੇਮ ਦੀ ਨਿਸ਼ਾਨੀ। ਉਹਨਾਂ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਹੀ ਭੋਜਨ ਤਿਆਰ ਕਰਵਾਇਆ ਹੁੰਦਾ ਹੈ, ਬ੍ਰਾਹਮਣਾ ਪੰਡਤਾਂ ਨੂੰ ਕਹਿ ਕੇ ਸੋਹਣਾ ਜਿਹਾ ਵਧੀਆ ਜਿਹਾ ਪਦਾਰਥ ਬਣਾਓ ਕੋਈ ਅੱਜ, ਤੇ ਗੁਰੂ ਸਾਹਿਬ ਜੀ ਉੱਥੇ ਬੈਠ ਕੇ ਰੱਜ ਕੇ ਭੋਜਨ ਛਕ ਲੈਂਦੇ ਆ, ਭਾਵੇਂ 24 ਘੰਟਿਆਂ 'ਚ ਇੱਕ ਵਾਰ, 8 ਪਹਿਰਾਂ 'ਚ ਇੱਕ ਵਾਰ। ਹੁਣ ਜਦੋਂ ਉੱਧਰ ਭੋਜਨ ਛਕਿਆ ਹੁੰਦਾ ਤੇ ਘਰ ਦਾ ਲਾਲਚ ਕੋਈ ਨਹੀਂ ਹੁੰਦਾ, ਘਰੇ ਛਕਦੇ ਨਹੀਂ, ਫਿਰ ਵੀ ਕਿਤੇ ਨਾ ਕਿਤੇ ਮਾਤਾ ਜੀ ਨੂੰ ਚਿੰਤਾ ਹੁੰਦੀ ਆ, ਪੁੱਤ ਰੋਟੀ ਕਿਉਂ ਨਹੀਂ ਖਾਂਦਾ? ਇੰਨਾ ਵੀ ਮਤ ਨਹੀਂ ਕਹਿੰਦੇ ਮਾਤਾ ਮੈਂ ਛੱਡ ਕੇ ਆਇਆ, ਮੈਂ ਰੋਟੀ ਖਾਧੀ ਹੋਈ, ਮਤਲਬ ਲਗਾਵ ਨਹੀਂ ਕਿਸੇ ਨਾਲ ਕੋਈ। ਇੱਥੇ ਮਾਪਿਆਂ ਨੂੰ ਕੋਈ ਵੈਰ ਥੋੜੀ ਹੈ, ਜੇ ਬੁਲਾਉਂਦੇ ਨਹੀਂ ਇਹਦਾ ਮਤਲਬ ਇਹ ਤਾਂ ਨਹੀਂ ਵੀ ਗੁਰੂ ਸਾਹਿਬ ਮਾਪਿਆਂ ਨੂੰ ਪਸੰਦ ਨਹੀਂ ਕਰਦੇ ਜਾਂ ਉਹਨਾਂ ਦਾ ਕੋਈ ਵੈਰ ਵਿਰੋਧ ਹੈ, ਨਹੀਂ, ਉਹ ਪਰਵਾਹ ਨਹੀਂ ਕਰਦੇ। ਪਰਵਾਹ ਕਰਨਾ ਤੇ ਲਾਪਰਵਾਹ ਹੋਣਾ ਦੋਨੋਂ ਅਲੱਗ ਡਿਫਰੈਂਟ ਥਿੰਗ, ਵੱਖ-ਵੱਖ ਇੱਕ ਨਹੀਂ। ਹੁਣ ਗੁਰੂ ਸਾਹਿਬ ਦਾ ਚੁੱਪ ਰਹਿਣਾ ਮਾਪਿਆਂ ਨੂੰ ਇਸ ਲਈ ਚੰਗਾ ਨਹੀਂ ਲੱਗਦਾ ਕਿਉਂਕਿ ਉਹ ਕਰਦੇ ਆ, ਪੁੱਤ ਦੀ ਨਜ਼ਰ ਨਾਲ ਵੇਖਦੇ ਆ। ਤੇ ਰਾਏ ਬੁਲਾਰ ਸਾਹਿਬ ਸਤਿਗੁਰਾਂ ਨੂੰ ਪ੍ਰੇਮ ਕਰਦੇ ਆ, ਉਹ ਮੋਹ ਵਿੱਚ ਨਹੀਂ ਨੇ। ਜੇ ਮਰਦ ਦੀ ਮੌਜ ਆ ਤੇ ਛਕਾ ਦੇਣਾ, ਜੇ ਕਹੇ ਤਾਂ ਮਰਦ ਮੈਂ ਨਹੀਂ ਛਕਣਾ, ਰਾਏ ਬੁਲਾਰ ਸਾਹਿਬ ਨੂੰ ਗੁਰੂ ਸਾਹਿਬ ਤੇ ਧੱਕਾ ਵੀ ਨਹੀਂ ਕਰਦੇ। ਸਾਰਾ ਦਿਨ ਬਚਨ ਚੱਲਦੇ ਰਹਿੰਦੇ ਆ, ਗੱਲਾਂ ਬਾਤਾਂ ਹੁੰਦੀਆਂ ਨੇ, ਕਦੇ ਕਦਾਈ ਪਿਤਾ ਜੀ ਆਉਂਦੇ ਆ, ਪਰ ਹੁਣ ਕੁਛ ਨਹੀਂ। ਰਾਏ ਬੁਲਾਰ ਜੀ ਨੂੰ ਕਹਿੰਦੇ ਵੀ ਇਹਨੂੰ ਸਮਝਾਓ, ਇਹਨੂੰ ਕੁਛ ਕਹੋ। ਉਹਨਾਂ ਵੇਖ ਲਿਆ ਵੀ ਰਾਏ ਬੁਲਾਰ ਸਾਹਿਬ ਦਾ ਬਚਨ ਵੀ ਇੰਨਾ ਮੰਨਿਆ ਨਹੀਂ। ਪ੍ਰੇਮ ਬਿਲੋ ਕਰਾਏ ਕੋ ਪੂਰਾ, ਨਹਿ ਸ਼ਰਦਾ ਤੇ ਜਿਹ ਔਰ ਊਰਾ। ਸਤਿਗੁਰ ਜੀ ਤਾਂ ਸਾਰਾ ਦਿਨ ਬੈਠੇ ਰਹਿੰਦੇ ਆ ਕਿਉਂਕਿ ਰਾਏ ਬੁਲਾਰ ਸਾਹਿਬ ਮਨ ਤੋਂ ਹੋਰ ਮੁਖ ਤੋਂ ਹੋਰ ਨਹੀਂ, ਉਹ ਜੋ ਨੇ ਸ਼ਰਿਆਮ ਦੇ ਸਾਹਮਣੇ। ਪਰ ਪਿਤਾ ਜੀ ਕਈ ਵਾਰ ਸਾਹਮਣੇ ਹੋਰ ਹੋ ਜਾਂਦੇ ਆ, ਪਿੱਠ ਪਿੱਛੇ ਹੋਰ ਹੋ ਜਾਂਦੇ ਆ, ਸੁਭਾਵਿਕ ਗੱਲ ਹੈ। ਮੋਹ ਦੇ ਵਿੱਚ ਹਰ ਬੰਦਾ ਹੀ ਬੋਲਦਾ ਲੋਕ, ਪਰ ਪ੍ਰੇਮ ਵਾਲਾ ਉਹਨੇ ਜੋ ਬੋਲਣਾ ਮੂੰਹ ਤੇ ਬੋਲਣਾ, ਜੋ ਅੰਦਰ ਹੈ ਉਹੀ ਬਾਹਰ ਹੈ। ਰਾਏ ਬੁਲਾਰ ਸਾਹਿਬ ਦੇ ਦਿਲ ਨੂੰ ਜਾਣ ਕੇ ਸਤਿਗੁਰ ਉਹਨਾਂ ਨਾਲ ਖੁੱਲ੍ਹ ਕੇ ਗੱਲ ਕਰਦੇ ਤੇ ਘਰੀ ਬੋਲਦੇ, ਤੇ ਰਾਏ ਬੁਲਾਰ ਸਾਹਿਬ ਵੀ ਉਹਨਾਂ ਨਾਲ ਦਿਲ ਦੀਆਂ ਸਾਂਝਾਂ ਪਾਉਂਦੇ ਆ, ਗਹਿਰੀਆਂ ਗੱਲਾਂ ਕਰਦੇ ਆ। ਹੁਣ ਰਾਏ ਬੁਲਾਰ ਸਾਹਿਬ ਨੂੰ ਪਤਾ ਵੀ ਮੇਰਾ ਸਰੀਰ ਛੱਡਣ ਦਾ ਸਮਾਂ ਨੇੜੇ ਆ ਗਿਆ। ਇਹ ਗੁਰੂ ਨਾਨਕ ਸਾਹਿਬ ਵੀ ਜਾਣਦੇ ਆ ਵੀ ਉਮਰ ਇਹਨਾਂ ਦੀ ਬਹੁਤ ਥੋੜੀ ਰਹਿ ਗਈ, ਅੰਤ ਸਮਾਂ ਨੇੜੇ ਹੈ, ਤਨ ਦਾ ਪਰਿਤਿਆਗ ਕਰਨਗੇ। ਸ੍ਰੀ ਗੁਰ ਬਚਨ ਬਹੋਰ ਨਾਹੀ, ਜਬੈ ਬੁਲਾਏ ਨਿਕਟ ਤਬ ਜਾਹੀ। ਭਾਈ ਬਾਲਾ ਜੀ ਕਹਿੰਦੇ ਸਤਿਗੁਰ ਕਦੇ ਵੀ ਬਚਨ ਨਹੀਂ ਮੋੜਦੇ, ਕਿੰਨੇ ਵੀ ਮਸ਼ਰੂਫ ਹੋਣ, ਕਿਸੇ ਥਾਂ ਤੇ ਵੀ ਹੋਣ। ਰਾਏ ਬੁਲਾਰ ਸਾਹਿਬ ਦੀ ਇੱਕ ਆਵਾਜ਼ ਕੋਈ ਸੇਵਕ ਲੈ ਕੇ ਆ ਜੇ ਨਾ ਕਿ ਤੁਹਾਨੂੰ ਬੁਲਾਇਆ ਹੈ, ਕਹਿੰਦੇ ਉਹ ਕੰਮ ਵਿੱਚ ਵਿਚਾਲੇ ਛੱਡ ਕੇ ਤੁਰ ਪੈਂਦੇ ਆ, ਇੰਨਾ ਮਾਣ ਸਤਿਕਾਰ ਤੇ ਪ੍ਰੇਮ ਕਰਦੇ ਆ। ਫਿਰ ਮਾਪਿਆਂ ਦੇ ਕਹਿਣੇ ਤੇ ਕਿਉਂ ਨਹੀਂ ਆਉਂਦੇ? ਦੋਨੇ ਚੀਜ਼ਾਂ ਨੂੰ ਸਮਝਣਾ ਪੈਣਾ। ਮੋਹ ਦੀ ਤੰਦ ਹੋਰ ਆ ਤੇ ਪ੍ਰੇਮ ਦੀ ਤੰਦ ਹੋਰ। ਗੁਰੂ ਨੇ ਕਦੇ ਨਾ ਮੋਹ ਕੀਤਾ 10 ਰੂਪਾਂ ਦੇ ਵਿੱਚ, ਆਪਣੇ ਬੱਚਿਆਂ ਨਾਲ ਵੀ ਮੋਹ ਨਹੀਂ, ਪ੍ਰੇਮ ਕੀਤਾ। ਪ੍ਰੇਮ ਐਸਾ ਸੀ ਜੇ ਚਮਕੌਰ ਦੀ ਗੜੀ ਵਿੱਚ ਗੁਰੂ ਕੇ ਖਾਲਸੇ ਸ਼ਹੀਦ ਹੁੰਦੇ ਤੇ ਆਪਣੇ ਪੁੱਤਰਾਂ ਨੂੰ ਵੀ ਥਾਪੜਾ ਦੇ ਕੇ ਤੋੜਿਆ, ਜਾਓ ਲੜੋ ਜੰਗ। ਇੱਕ ਵਾਰ ਵੀ ਨਹੀਂ ਕਿਹਾ ਸਿੰਘ ਤੁਸੀਂ ਲੜ ਲਓ, ਮੈਂ ਆਪਣੇ ਪੁੱਤ ਬਚਾ ਕੇ ਲੈ ਜਾ। ਉਹ ਤੇ ਇਹ ਕਹਿੰਦਾ ਨਾ, ਬਗਾਨੇ ਦੇ ਪੁੱਤਾਂ ਨੂੰ ਅੱਗੇ ਕਰੋ ਤੇ ਆਪਣਿਆਂ ਨੂੰ ਲੁਕੋ ਕੇ ਰੱਖੋ, ਦੂਜੇ ਦੀ ਨਿੰਦਿਆ ਕਰੋ, ਬਗਾਨੇ ਧੀ ਪੁੱਤ ਨੂੰ ਬਦਨਾਮ ਕਰੋ ਤੇ ਆਪਣੇ ਦਾ ਪੱਖ ਪੂਰੋ। ਇਹ ਮੋਹ ਸਤਾਉਂਦਾ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਮੋਹ ਤੋਂ ਉੱਚੇ ਨੇ, ਪ੍ਰੇਮ ਚ ਭਿੱਜੇ ਹੋਏ ਆ। ਜਿੰਨੀਆਂ ਗੱਲਾਂ ਰਾਏ ਬੁਲਾਰ ਸਾਹਿਬ ਨਾਲ ਹੋ ਜਾਂਦੀਆਂ ਨੇ ਤੇ ਕਿਤੇ ਘਰ ਦੇ ਕਹਿੰਦੇ ਬੋਲਦਾ ਹੀ ਨਹੀਂ। ਤੇ ਰਾਏ ਬੁਲਾਰ ਜੀ ਨੂੰ ਲੱਗਦਾ ਵੀ ਸਾਡੇ ਕੋਲ ਆ ਕੇ ਸਤਿਗੁਰ ਚੁੱਪ ਨਹੀਂ ਕਰਦੇ। ਆਖੋ ਸਤਿਨਾਮ। ਤੁਹਾਡਾ ਸੁਭਾਵਕ ਹੈ, ਬੜੀਆਂ ਗੱਲਾਂ ਇਦਾਂ ਦੀਆਂ ਹੁੰਦੀਆਂ ਤੁਸੀਂ ਆਪਣੇ ਘਰ ਪਰਿਵਾਰ 'ਚ ਕਿਸੇ ਨਾਲ ਕਰ ਹੀ ਨਹੀਂ ਸਕਦੇ, ਰਿਸ਼ਤੇਦਾਰ ਨਾਲ ਵੀ ਨਹੀਂ ਕਰ ਸਕਦੇ। ਜਿਹਦੇ ਨਾਲ ਤੁਹਾਡਾ ਪ੍ਰੇਮ ਹੋਏਗਾ ਤੁਸੀਂ ਉਹਦੇ ਨਾਲ ਆਪਣਾ ਹਰ ਦੁੱਖ ਸੁੱਖ ਗਿਲਾ ਕਰੋਗੇ। ਤੁਹਾਨੂੰ ਪਤਾ ਹੈ ਵੀ ਇਹ ਇਨਸਾਨ ਮੇਰਾ ਖਾਸ ਹੈ, ਮੇਰੇ ਆਪਣਿਆਂ ਤੋਂ ਵੀ ਵੱਡਾ ਹੈ, ਉਹਨਾਂ ਤੋਂ ਵੀ ਕਰੀਬ ਹੈ। ਆਪਣੇ ਤੇ ਹੋ ਸਕਦਾ ਕਦੇ ਬਦਲਾ ਲੈ ਲੈ, ਕਦੇ ਉਸ ਗੱਲ ਬਾਰੇ ਬਾਰ-ਬਾਰ ਸੋਚਣ ਵੀ ਇਹ ਦੁਖੀ ਤੇ ਦੁਖੀ ਕਿਉਂ ਸੀ ਸਾਡੇ ਹੁੰਦੇ ਆ, ਇਦਾਂ ਵੀ ਹੁੰਦਾ ਹੈ। ਪ੍ਰੇਮ ਵਾਲਾ ਤੇ ਨਹੀਂ ਕਰਦਾ। ਹੁਣ ਰਾਏ ਬੁਲਾਰ ਸਾਹਿਬ ਤੇ ਪਿਤਾ ਦੋਨਾਂ ਦੀ ਸੋਚ ਵੱਖਰੀ ਵੱਖਰੀ ਹੈ। ਇੱਥੇ ਦੋ ਪਹਿਲੂ ਭਾਈ ਬਾਲਾ ਜੀ ਨੇ ਦਰਸਾਏ ਆ। ਕਹਿੰਦੇ ਉੱਧਰ ਮਰਜ ਹੱਸ ਖੇਡ ਕੇ ਆਉਂਦੇ ਆ, ਇੱਧਰ ਚੁੱਪ ਚੁੱਪ ਰਹਿੰਦੇ ਆ, ਜਿਵੇਂ ਕਿਸੇ ਨੂੰ ਘਰ ਦੇ ਵਿੱਚ ਜਾਣਦੇ ਹੁੰਦੇ ਨਹੀਂ। ਲੇਵਨ ਹੇਤ ਗਿਆਨ ਉਪਦੇਸ਼ਾ,
ਔਰ ਅਬ ਲਖ ਅਦਕ ਨਰੇਸ਼ਾ। ਅੱਜ ਰਾਏ ਬੁਲਾਰ ਸਾਹਿਬ ਦੇ ਕੋਲ ਸਤਿਗੁਰ ਬੈਠੇ ਹੱਸਦੇ ਹੱਸਦੇ ਰਾਏ ਬੁਲਾਰ ਜੀ ਕਹਿੰਦੇ ਮਹਾਰਾਜ ਮੈਨੂੰ ਨਾ ਉਪਦੇਸ਼ ਦਿਓ ਗਿਆਨ ਦਾ, ਗਿਆਨ ਚਾਹੀਦਾ ਮੈਨੂੰ, ਗਿਆਨ ਕਿਹਨੂੰ ਕਹਿੰਦੇ ਆ। ਕਹਿੰਦੇ ਬਾਦਸ਼ਾਹ ਜੇ ਤੁਹਾਡੀ ਕਿਰਪਾ ਹੋਵੇ ਤੇ ਉਪਦੇਸ਼ ਮਿਲ ਜਾਏਗਾ। ਇਹ ਖੇਡਾ ਸੀ ਪ੍ਰੇਮ ਦੀ। ਗੁਰੂ ਸਾਹਿਬ ਹੱਸ ਕੇ ਕਹਿੰਦੇ ਰਾਏ ਬੁਲਾਰ ਜੀ ਤੁਸੀਂ ਗਿਆਨੀ ਹੋ, ਬ੍ਰਹਮ ਗਿਆਨੀ ਹੋ, ਤਰ ਚੁੱਕੇ ਹੋ। ਦੇਖੋ ਬ੍ਰਹਮ ਗਿਆਨੀ ਬੇਸ਼ੱਕ ਰੱਬ ਵਰਗਾ ਹੈ ਪਰ ਰੱਬ ਨਹੀਂ ਹੈ, ਇਹ ਧਿਆਨ ਚ ਰੱਖਣਾ। ਰੱਬ ਦਾ ਪਿਆਰਾ ਰੱਬ ਵਰਗਾ ਹੋ ਸਕਦਾ ਹੈ ਪਰ ਰੱਬ ਤੇ ਰੱਬ ਹੀ ਹੈ। ਅਸੀਂ ਸ੍ਰਿਸ਼ਟੀ ਥੋੜਾ ਬਣਾ ਲਾਂਗੇ, ਰੱਬ ਦੇ ਕਰੀਬ ਹੋ ਸਕਦੇ ਆ, ਰੱਬ ਦਾ ਰੂਪ ਹੋ ਸਕਦੇ ਆ। ਇਹ ਗੁਰੂ ਦਾ ਵੱਡਪਨ ਹੈ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਵੀ ਮੇਰਾ ਖਾਲਸਾ ਮੇਰਾ ਰੂਪ ਹੈ, ਮੇਰਾ ਇੱਕ ਸਿੰਘ ਮੇਰਾ ਰੂਪ ਹੈ, ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹ ਸਿੱਖ ਫਿਰ ਗੁਰੂ ਦੀ ਥਾਂ ਤੇ ਬਹਿ ਕੇ ਆਖੇ ਵੀ ਮੈਂ ਗੁਰੂ ਗੋਬਿੰਦ ਸਿੰਘ ਆ, ਜੋ ਕਹੂੰਗੀ ਕਰ ਦਿਆਂਗਾ, ਬਣ ਸਕਦਾ ਨਹੀਂ। ਇਹ ਵੱਡਾਪਨ ਹੈ ਸਾਡੇ ਸਾਹਿਬਾਂ ਦਾ, ਵੱਡਪਨ ਹੈ ਉਹਨਾਂ ਦਾ, ਵਡਿਆਈ ਹੈ ਉਹਨਾਂ ਦੀ। ਉਹਨਾਂ ਨੇ ਸਾਡੇ ਤੇ ਆਪਣਿਆਂ 'ਚ ਫਰਕ ਨਹੀਂ ਰੱਖਿਆ ਕੋਈ। ਗੁਰੂ ਨਾਨਕ ਸਾਹਿਬ ਜੀ ਨੂੰ ਹੱਸ ਕੇ ਕਹਿੰਦੇ ਮਹਾਰਾਜ ਜੇ ਕਿਰਪਾ ਕਰਕੇ ਮੈਨੂੰ ਉਪਦੇਸ਼ ਦੇ ਦਿਓ ਨਾ ਕਿਤੇ ਅੰਦਰ ਦਾ। ਦੇਖੋ ਬਾਹਰ ਦਾ ਗਿਆਨ ਦੁਨੀਆ ਕੋਲ ਬਹੁਤ ਹੈ, ਬਾਹਰ ਦੇ ਗਿਆਨੀ ਧਿਆਨੀ ਲੋਕ ਵੱਡੀਆਂ ਵੱਡੀਆਂ ਡਿਗਰੀਆਂ ਕੀਤੀਆਂ, ਡਾਕਟਰ ਬਣੇ ਹੋਏ, PhD ਕੀਤੀ, ਸੁਸਾਇਡ ਕਰਦੇ ਫਿਰਦੇ। ਤੇ ਜੇ ਉਹ ਬੰਦਾ ਗਿਆਨਵਾਨ ਹੈ ਫਿਰ ਉਹ ਮਰਨ ਵਾਲੇ ਪਾਸੇ ਕਿਉਂ ਤੁਰਿਆ ਫਿਰਦਾ? ਦੁਖੀ ਕਿਉਂ ਆ ਜ਼ਿੰਦਗੀ ਚੋਂ? ਲੋਕਾਂ ਦੇ ਮਸਲੇ ਹੱਲ ਕੀਤੇ, ਆਪਣੀ ਪ੍ਰੋਬਲਮ ਸੋਲਵ ਕਿਉਂ ਨਹੀਂ ਕਰ ਸਕਿਆ? ਜ਼ਿੰਦਗੀ ਨੂੰ ਵਾਹੇ ਲਾਇਆ ਕਿਉਂ ਲਾਇਆ? ਪਰ ਜਿਹਦੇ ਕੋਲ ਅੰਦਰ ਦਾ ਗਿਆਨ ਹੈ ਉਹ ਬੜਾ ਗਹਿਰਾ ਹੈ। ਰਾਏ ਬੁਲਾਰ ਜੀ ਕਹਿੰਦੇ ਮਹਾਰਾਜ ਮੈਨੂੰ ਉਹ ਗਿਆਨ ਚਾਹੀਦਾ ਹੈ ਜੋ ਨਜ਼ਰ ਪਰਮਾਤਮਾ ਦੀ ਹੈ ਨਾ, ਮੈਂ ਉਸ ਨਜ਼ਰ ਨਾਲ ਦੁਨੀਆ ਨੂੰ ਵੇਖਾਂ। ਇਹ ਫਰਕ ਹੈ। ਆਪਾਂ ਆਪਣੀ ਨਜ਼ਰ ਨਾਲ ਵੇਖਦੇ ਹਾਂ, ਹਰ ਬੰਦੇ ਦਾ ਆਪਣਾ ਪੁਆਇੰਟ ਆਫ ਵਿਊ ਹੈ। ਹਰ ਬੰਦੇ 10 ਬੰਦਿਆਂ ਨੂੰ ਅੰਮ੍ਰਿਤ ਛਕਾ ਲਓ, 10 ਦੀ ਸੋਚ ਵੱਖ-ਵੱਖ, 10 ਦੇ ਖਿਆਲ ਵੱਖ, 10 ਦੇ ਐਂਗਲ ਵੱਖ, ਹਰ ਚੀਜ਼ ਵੱਖ। ਪਰ ਪਰਮਾਤਮਾ ਦੀ ਸੋਚ ਉਹਨੂੰ ਸਮਝਣਾ, ਉਹਦੇ ਜਿੱਡਾ ਹੋਣਾ ਬਹੁਤ ਔਖਾ ਹੈ। ਜਾ ਕੇ ਇਸ ਪੋਸਟ ਤੇ ਗੁਰੂ ਨਾਨਕ ਸਾਹਿਬ ਨੇ ਜਾਂ ਪਰਮਾਤਮਾ ਹੈ ਤੇ ਜਾਂ ਫਿਰ ਰਾਏ ਬੁਲਾਰ ਸਾਹਿਬ ਕੋਸ਼ਿਸ਼ ਕਰਦੇ ਆ ਮੈਨੂੰ ਵੀ ਉਹ ਨਜ਼ਰੀਏ ਨਾਲ ਨਜ਼ਰ ਆ ਜਾਏ। ਗੁਰੂ ਸਾਹਿਬ ਕਹਿੰਦੇ ਆ ਮੈਨੂੰ ਹਰ ਥਾਂ ਤੇ ਪਰਮਾਤਮਾ ਦਿਸਦਾ ਹੈ, ਇਹ ਨਜ਼ਰ ਰੱਬ ਦੀ ਹੈ, ਪਰਮਾਤਮਾ ਦੀ, ਕਿਉਂਕਿ ਉਹਨੂੰ ਜਿਹਨੇ ਜੋ ਬਣਾਇਆ ਉਹਨੂੰ ਬੁਰਾ ਲੱਗਦਾ। ਜਿਸ ਘੁਮਿਆਰ ਨੇ ਭਾਂਡੇ ਬਣਾਏ ਉਹਨੂੰ ਆਪਣੇ ਭਾਂਡੇ ਕਦੇ ਬੁਰੇ ਲੱਗਦੇ ਆ। ਜਿਸ ਇਨਸਾਨ ਨੇ ਮਕਾਨ ਬਣਾਇਆ, ਮਿਸਤਰੀ ਨੇ, ਉਹਨੂੰ ਆਪਣੀ ਬਣਾਈ ਚੀਜ਼ 'ਚ ਬੁਰਾਈ ਨਹੀਂ ਦਿਸਦੀ ਪਰ ਦੂਜੇ 'ਚ ਦਿਸਦੀ ਹੈ ਵੀ ਇਹਨੇ ਗੇਟ ਗਰੇਲਾਂ ਠੀਕ ਨਹੀਂ ਬਣਾਈਆਂ। ਚੰਗਾ ਭਲਾ ਮਿਸਤਰੀ ਲੈ ਆਓ, ਟੇਲਰ ਕੋਲ ਚੱਲ ਜਾਓ, ਆਪਣਾ ਜਾ ਕੇ ਸੂਟ ਵਿਖਾ ਦਿਓ, ਕੱਪੜਾ ਵਿਖਾ ਦਿਓ ਵੀ ਮੈਂ ਇੰਨੇ ਵਧੀਆ ਮਹਿੰਗੇ ਤੋਂ ਸਵਾਇਆ। ਉਹ ਟੀਚਰ ਜੀ ਕਰਕੇ ਕੋਲ ਲੈ ਪਲੇਟਾਂ ਠੀਕ ਨਹੀਂ ਬਣੀਆਂ, ਆ ਵੀ ਠੀਕ ਨਹੀਂ, ਭਾਵੇਂ ਬਿਲਕੁਲ ਸਹੀ ਹੈ, ਕਿਉਂਕਿ ਉਹਨੇ ਦੂਜੇ ਦੀ ਚੀਜ਼ ਨੂੰ ਕਦੇ ਸਹੀ ਕਹਿਣਾ ਹੀ ਨਹੀਂ। ਇਹ ਬਿਮਾਰੀ ਹੈ। ਪਰ ਅਕਾਲ ਪੁਰਖ ਪਰਮਾਤਮਾ ਦੇ ਪਿਆਰ 'ਚ ਭੇਜਣ ਵਾਲਾ ਉਹ ਰੱਬ ਦੀ ਬਣਾਈ ਹਰ ਚੀਜ਼ ਨੂੰ ਕਹਿੰਦਾ ਰੱਬਾ ਵਾਹਿ ਹੈ, ਵਾਹਿਗੁਰੂ ਹੈ, ਤੂੰ ਅਸਰਜ ਹੈ, ਤੂੰ ਮਹਾਨ ਹੈ। ਇਹ ਉਸ ਪਦ ਦੀ ਗੱਲ ਕਰ ਰਹੇ ਆ ਕਿਉਂਕਿ ਬ੍ਰਹਮ ਗਿਆਨੀ ਕੋਈ ਇੱਕ ਚੀਜ਼ ਨਹੀਂ ਹੈ, ਉਹਦੇ ਵਿੱਚ ਸਟੈਪ ਬਾਈ ਸਟੈਪ ਬਹੁਤ ਕੁਝ ਅੱਗੇ ਹੈ। ਜਦੋਂ ਕੋਈ ਸਾਧੂ ਬਣਦਾ ਕਿਹੋ ਜਿਹਾ ਸਾਧ ਹੈ, ਕਿਹੋ ਜਿਹੀ ਅਵਸਥਾ ਤੇ ਹੈ, ਕਿਸ ਐਂਗਲ ਤੋਂ ਵੇਖਦਾ ਹੈ, ਕਿੱਥੇ ਸੁਰਤ ਪਹੁੰਚੀ, ਉਹ ਗੱਲ ਹੋ ਰਹੀ। ਰਾਏ ਬੁਲਾਰ ਸਾਹਿਬ ਕਹਿੰਦੇ ਮਹਾਰਾਜ ਮੈਂ ਬੜੀ ਵਾਰ ਆਪ ਜੀ ਦਾ ਉਪਦੇਸ਼ ਜੀਵਨ ਵਿੱਚ ਮੰਨਿਆ ਹੈ, ਬੜੀ ਵਾਰ ਮੰਨਿਆ ਹੈ, ਮੈਨੂੰ ਪਤਾ ਮੇਰਾ ਜੀਵਨ ਮੁਕਤ ਹੈ, ਇਹ ਵੀ ਤੁਹਾਡੀ ਕਿਰਪਾ। ਪਰ ਅੰਦਰ ਦਾ ਸੂਖਮ ਗਿਆਨ ਮੇਰੇ ਕੋਲ ਅੱਜ ਵੀ ਨਹੀਂ। ਬਿਦ ਭਾਂਤ ਕੀ ਕਰੇ ਸੋ ਸੇਵਾ, ਨਿਸ ਦਿਨ ਧਿਆਨ ਧਰੈ ਗੁਰ ਦੇਵਾ। ਸਤਿਗੁਰੂ ਜੀ ਮੈਂ ਆਪ ਜੀ ਦੀ ਸੇਵਾ ਵੀ ਕਰਦਾ, ਆਪ ਜੀ ਦੇ ਧਿਆਨ 'ਚ ਮੇਰਾ ਧਿਆਨ ਵੀ ਜੁੜਿਆ ਰਹਿੰਦਾ ਹੈ। ਹੁਣ ਇਹ ਗੱਲਾਂ ਤੇ ਵੱਡੀਆਂ ਨੇ ਨਾ। ਇੱਥੇ ਕਿਸੇ ਦਾ ਰੱਬ ਦੇ ਚਰਨਾਂ 'ਚ ਧਿਆਨ ਜੁੜਿਆ ਹੋਵੇ ਤੇ ਆਪਾਂ ਕਹਿੰਦੇ ਤੂੰ ਧੰਨ, ਤੇਰਾ ਜੀਵਨ ਸਫਲ ਆ। ਸਾਰੀ ਦੁਨੀਆ ਦੀ ਜਿਹੜਾ ਸੇਵਾ ਕਰੇ ਤੇਰਾ ਜੀਵਨ ਸਫਲ ਆ। ਰਾਏ ਬੁਲਾਰ ਸਾਹਿਬ ਦੇ ਵਿੱਚ ਸਾਰੇ ਗੁਣ ਨੇ ਜੀ, ਉਹ ਤੇ ਬਿਲਕੁਲ ਫੁੱਲ ਵਟਾ ਫੁੱਲ ਨੇ, ਪਰ ਫਿਰ ਵੀ ਕਹਿ ਰਹੇ ਆ ਕਹਿੰਦੇ ਮਹਾਰਾਜ ਉਹ ਪੌੜੀ ਤੇ ਮੈਂ ਅਜੇ ਵੀ ਨਹੀਂ ਪਹੁੰਚਿਆ ਜਿੱਥੇ ਮੈਨੂੰ ਪੁੱਜਣਾ ਚਾਹੀਦਾ ਏ। ਆਯੂ ਬ੍ਰਿਧ ਜਿਹ ਜੀਵਨ ਥੋਰਾ, ਚਾਹਤ ਕੇ ਸਫਲ ਜਨਮ ਹੈ ਮੋਰਾ। ਸਤਿਗੁਰ ਕਹਿੰਦੇ ਹੁਕਮ ਕਰੋ। ਰਾਏ ਬੁਲਾਰ ਸਾਹਿਬ ਬੜੇ ਪਿਆਰ ਤੇ ਹੱਸ ਕੇ ਕਹਿੰਦੇ ਮਹਾਰਾਜ ਮੇਰੀ ਉਮਰ ਬੜੀ ਥੋੜੀ ਹੈ, ਮੇਰਾ ਸਰੀਰ ਬੁਢਾਪੇ 'ਚ ਆ ਗਿਆ ਹੈ, ਮੈਂ ਤਾਂ ਕਹਿੰਦਾ ਸੀ ਦੁਨੀਆ ਛੱਡਣ ਤੋਂ ਪਹਿਲਾਂ, ਜਾਣ ਤੋਂ ਪਹਿਲਾਂ ਅੰਤਲੇ ਸਮੇਂ 'ਚ ਤੁਹਾਡਾ ਉਪਦੇਸ਼ ਸੁਣ ਕੇ ਕਮਾਲਾ ਮੈਨੂੰ ਇਹ ਦੀ ਸਮਝ ਆ ਜਾਵੇ। ਅਸ਼ਟ ਜਾਮ ਮਨ ਮੈਂ ਲਿਵ ਲਾਗੇ,
श्री गुरु चरण कमल अनुरागे। पातशाह जी अठे पैर भाव 24 घंटे मेरी तुहाडे चरनां च लिव लगी है, सुरत जुड़ी हुई है, पर मैं फिर भी चाहता मैं ये तो भी गहरा होवां। दुनिया च ते असीं सुन लईए भी कोई बंदा 24 घंटे नाम जपदा सी, जे कहने रब है, ये तो अगे फिर असीं जज करना बंद कर दईदा भी नहीं ऐंड है ब्रह्म ज्ञानी है, सिरा ये रब हो गया जी, रब वर्गा हो गया। पर इत्थे राय बलार साहब च कोई ते गुरु नानक साहब च फर्क है? तुसीं पिछे कथा च कितनी बार सुनिया, महाराज ने उपदेश बख्शिया, ज्ञान बख्शिया, उन्हां नूं अपना इथों तक रूप बनाता भी जद जद असीं सृष्टि ते आवांगे शरीर धार के तुसीं नाल आओगे, हमेशा साडे रूप च रहोगे, पर अजे भी किते ना किते कोई कमी है। वाह कितनी बारीक है सिੱਖੀ, कितनी बारीक है। इसे करके बाणी कहती है खंडे तार गली अत पीड़ी, लेखा लीजै दिल जो पीड़ी। खंडे दी धार तो भी किते ना किते तिखी है। इत्थे ते मेरे वर्गा पा के किरपान कहना मैं किसे दा की देना है, मैं ते भुगतां जो मर्जी करा। असीं ते अजे सिੱਖੀ दे स्कूल दे कंध भी नहीं टप्पे, नेड़े तेड़े भी नहीं आए। राय बुलार साहब महापुरख रब दे प्यारे, रब वर्गे कहंदे महाराज मेरी उम्र बहुत हो गई है, बुढ़ापा तन दे आती है, अगे तक मेरे तो उपदेश कमाया नहीं जाता, नाले 24 घंटे नाम जपदे। 24 घंटे कितना प्यारा गुरु नानक साहब को एक चेते च करदे बंद भजे आउंदे तो वध की हो सकदा है। ये निमरता है उन्हां दी, इन्नी निमरता इन्नी निर्माणता दसो की दे विचों मिलनी है। एक बासर नह पाठिया बनीपा, कमल बदन बुलवाए समीपा। गुरु साहब ने बदन कीते महाराज कहंदे समा आऊगा कदे उपदेश देआंगे। रोज सतगुरे आउंदे आ, रोज उठते बहिंदे बचन बलास हुंदे। राय बलार साहब फिर कहंदे महाराज दिन कदों आऊगा, जिदण आप दी किरपा करोगे। इत्थे ते मेरे वर्गा 2 दिन कथा सुन ले, 4 ग्रंथ पढ़ ले, वो जने खड़े की लत च लत फसाउंदा फिरदा। तैनू पता महाराज ने ऐ करिया, उत्थे आए लिखिया कीता, असुदी विच आफरे करदे आ। राय बलार साहब गुरु नानक साहब दा प्रेमी हो के, गुरु नानक साहब दा रूप हो के अजे भी कुछ सिखण दी इच्छा रखदा है। आखो सतनाम, इनू सिੱਖੀ कहंदे आ, सिखण दी इच्छा। सिख मनदा भी मैं कदे पूरा नहीं आ, मेरा सतगुर पूरा है, मैं अजे भी अधूरा। एक दिन सहज सुहाग गुरु नानक साहब महाराज आए, राय बलार साहब उन्होंने वेख के उठण की कोशिश करते हैं, बजुर्ग शरीर है, पर गुरु साहब भज के चरण फड़ के कह देंगे हैं, मां पुरखो बैठो, उठो ना, उम्र वडेरी है। रोवे कर बंदे बिना बखानी, दीन दयाल दासन गत दानी। आज सुभावक सतगुर सामने पलगे ते बैठे आ। राय बलार साहब कल्ले सी, उदों बुलाउंदे सी महाराज नूं जदों कल्ले हुंदे सी, जदों दुनियावी झमेलियां च बैठे आ जां राज महाराज दे काम करदे, उदों गुरु साहब नूं नहीं सी बुलाउंदे। उन्हां नूं पता है मेरा प्यारा सज्जण जद मेरियां अखां दे सामने होवे जां ओह होण ते जां मैं होवां। अज खुला समा कढ के मर्द नूं बुलाया ते सतगुर के सामने बैठ गए। कहंदे महाराज अज बेनती है, ओह ते मैं चरण फड़ लैंदा, बुजुर्ग सही है, पर अज मैनू मना ना करियो। जो जो मैं पूछना चाहूँगा मैं अपनी मर्जी ना पूछना है, मेरी मर्जी के मुताबिक तुसीं उपदेश देना। ये हौमे नहीं है, ये एक सूझता है, सियाणपता है, क्योंकि गुरु पूरा है, गुरु समुद्र है, कुछ कमी कोई नहीं। पातशाह मेरे मन में अजे भी कदे कदे कोई ख्याल आ जाता, शंका नहीं आता, ख्याल आता है। भावे 24 घंटे जुड़े हुए आ, हर वेले गुरु नानक साहब उन्हां दी सुरत च वसदे आ। कहंदे महाराज अजे भी मैनूं जीवन काल दी समझ नहीं है। मैं मन लिया आत्मा परमात्मा है, मनण नाल हो जूगी। तुसीं कही चलो मन ते रब एक है, किवें कहोगे? इहदी वेरीफिकेशन की दोगे, क्लैरिफिकेशन की दोगे, किदां दे सकदे? मैं कमा आत्मा परमात्मा एक है, सिद्ध किवें करूंगा? सामने किवें दिखा देगा? गुरु नानक साहब जी को आखन लगे, कहते महाराज मेरे मन च ना कुछ ख्याल आते हैं, मैं वो पूछने चाहता हाँ। मम स्वरूप खुद हो बजाई, भूल रहो जे शुद्ध नहीं काई। सागर कहते पूछो सवाल, हर सिख ही कहता रब्बा मैं तेरे बारे जानना है। आप रब ले जानते हैं,
कथा कीर्तन सुनते हैं किहदे लई सुनते हैं? मैनू मेरे सतगुर बारे पता लग जी, मैनू गुरु साहब बारे पता लगे, सच्चे पातशाह ने की कुछ कीता, परमात्मा की करदा है। अज एक नवां सवाल सी, राय बुलार साहब कहते महाराज मैं तेरे बारे जान गया, पर जानन वाला अपने बारे अपने स्वरूप बारे कुछ भी नहीं जानदा। आखो सतनाम, तेरे बारे मैं जानिया, मैं कौन हां, मेरा स्वरूप की है, मेरा रूप की है, ये मैं नहीं जानता। ओ मैं हूँ कछ जाए न जाना, बड़े वसेखर दे अज्ञाना। सतगुरु की भगती करदे मेरे मन च एक दिन ख्याल आ गया, वो ख्याल मैनू बड़ा सताउंदा है भी रब दा ते पता रब कौन है, पर राय बुलार सिया तू कौन है, कित्थों आया है, क्यों आया है, इत्थे की करदा है? एक सवाल तो कई सवाल पैदा हो गए। कहते महाराज जो मेरे मन च आ गया भी मैं कौन हाँ, मैं बड़ी बार क्या मैं माना, मैं क्या नहीं जी मैं माना फिर आत्मा कौन है, मैं क्या मैं आत्मा, मैं क्या जी मैं आत्मा फिर परमात्मा कौन है? किन्ने सवाल है। कहते जी ये चीज़ां च मैं पार नहीं पा सकिया, ये चीज़ां मैंने बार बार सताउंदियां ने। इत्थे सताउना दुनियावी नहीं है भी इन्ना परेशान हो गए, इन्ने दुखी हो गए जी हुण ते समझ तो बाहर है, नहीं समझ में सारा कुछ है। एक पुछण की चाहत है, मैं उस रब तो पुछ के अपने अंदरों माड़ा मोटा विकार ही नहीं कढ ला, जो माड़ा मोटा किते सुई लगे जना है। राय बुलार साहब कहते महाराज मेरा अपना स्वरूप की है, मैनू ओदा अज तक पता नहीं लगेया। मत कहत तमसा अज्ञाना, मैं नहीं जानो ताहि समाना। सतगुरु जी आप दी श्रेष्ठ मत वाले हो, तुहाडा ज्ञान महान है, मैं ते अज्ञानी हां, मैं अपने बारे की जाना। इत्थे दुनियावी बंदे नूं पुछो तू कौन है, मैं फलाना सिंह, फलाना मेरा परिवार है, फलानी था मेरा घर, असीं उत्थे जमीन लई, मेरा मुंडा इत्थे, मेरी कुड़ी उत्थे, कहता नहीं। पर एक्चुअल विच जो असीं कढ़ा रहे हां ये असीं नहीं हां। राय बुलार साहब ही दस रहे, जे हुण पुछो कि तुसीं कौन हो, तुसीं राय बुलार हो, राय भोई दी तलवंडी दे राजे हो, पट्टियां दी कुल दे मालक हो, गुरु नानक साहब नूं तुसीं गुरु धारण कीता होया है, पहला इस्लाम विच सी। इत्थे बायोडाटा हो गया किहदा है, शरीर दा। जदों आपां दुनिया ते आए सी सच्ची दसो जी नाम किहने रखिया सी, रब ने रखिया सी। कोई धर्मी बंदा है नाम ते किसी का 7 दिन बाद, किसी का 11 दिन बाद, किसी का 9 दिन बाद रखिया जाता है। मैं कहा मेरा नाम रजिंदर सिंह है, मैं मान करके कहा, पर तुहानू की पता अज तो 11 साल पहला मेरा नाम की सी, वो मैनू पता है, क्योंकि मैनू इसलिए पता मेरा पहला नाम कुछ होर सी, मैं फिर चेंज किया, पासपोर्ट में चेंज किया, हर थां ते चेंज किया। वो मेरे परिवार नू पता, मेरे मित्रां दोस्तां नू पता है, पर अज दा नाम ते मेरा रजिंदर सिंह है। ਉਹਦੇ ਕਾਰਨ ਮੈਂ ਬਦਲਿਆ ਕਿਉਂ, ਉਹ ਕਾਰਨ ਸੀ, ਕਿਸੇ ਨੂੰ ਨਹੀਂ ਪਤਾ ਮੇਰਾ ਅਸਲ ਨਾਮ ਕੀ ਸੀ ਪਹਿਲਾਂ, ਪਰ ਹੁਣ ਤੇ ਅਸਲ ਹੀ ਹੈ ਨਾ, ਪਰ ਇਹ ਵੀ ਮੇਰਾ ਨਾਮ ਨਹੀਂ ਹੈ, ਕਿਉਂਕਿ ਇਹ ਜਿਹੜੇ ਨਾਮ ਸੀ ਇਹ ਮੇਰੇ ਮਾਪਿਆਂ ਨੇ ਰੱਖੇ 10 ਦਿਨਾਂ ਬਾਅਦ, 11 ਦਿਨਾਂ ਬਾਅਦ। ਉਹ ਤੋਂ ਪਹਿਲਾਂ ਮਤਲਬ ਆਪਾਂ ਬੇਨਾਮ ਸੀ ਸਾਰੇ। ਕੋਈ ਬੱਚਾ ਜੰਮਦਾ ਹੈ, ਲੜਕਾ ਹੋਵੇ ਲੜਕੀ ਹੋਵੇ, 10-11 ਦਿਨ ਤੇ ਵਿਚਾਰੇ ਦਾ ਨਾਂ ਹੀ ਨਹੀਂ ਹੁੰਦਾ, ਕੋਈ ਬਾਅਦ ਚੋਂ ਰੱਖਿਆ ਹੈ। ਤੇ ਮੈਂ ਵੱਡੇ ਵੱਡੇ ਦਾਅਵੇ ਕਰਾਂ, ਜ਼ਮੀਨ ਮੇਰੀ, ਪਲਾਟ ਮੇਰਾ, ਸਾਈਨ ਮੇਰੇ, ਕਿਉਂਕਿ ਮੇਰੇ ਨਾਮ ਹੈ। ਤੇਰਾ ਨਾਮ ਕਿੱਥੋਂ ਆਇਆ? ਇਹ ਤੇਰੇ ਘਰਦਿਆਂ ਨੇ ਰੱਖੇ। ਰਾਏ ਬੁਲਾਰ ਸਾਹਿਬ ਉਸੇ ਸ਼ਸ਼ੋ ਪੰਜ ਨੂੰ ਦੁਹਰਾ ਰਹੇ ਆ, ਸੱਚੇ ਪਾਤਸ਼ਾਹ ਲੋਕੀ ਮੈਨੂੰ ਰਾਏ ਬੁਲਾਰ ਕਹਿੰਦੇ ਆ, ਪਰ ਮੈਂ ਕਦੇ ਕਦੇ ਸੋਚਦਾ ਵੀ ਤੂੰ ਰਾਏ ਬੁਲਾਰ ਕਿਵੇਂ ਬਣ ਗਿਆ। ਇਹ ਮਜ਼ਾਕ ਨਹੀਂ ਹੈ, ਬਹੁਤ 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 ਗਹਿਰੀ ਗੱਲ ਹੈ, ਬਹੁਤ ਗਹਿਰੀ ਹੈ। ਇਹ ਗੱਲਾਂ ਰੱਬ ਦੀਆਂ ਨੇ, ਇਹਨਾਂ ਨੂੰ ਸਮਝਣ ਵਾਸਤੇ ਰੱਬ ਦੇ ਕਰੀਬ ਹੋਣਾ ਪੈਂਦਾ ਹੈ। ਤੇ ਜਿਹੜਾ ਆ ਉਪਦੇਸ਼ ਸਮਝਾ ਰਿਹਾ ਨਾ, ਸਮਝਾ ਰਹੇ ਨੇ ਗੁਰੂ ਸਾਹਿਬ ਕਿਰਪਾ ਕਰਨਗੇ, ਸੱਚੀਏ ਭਾਗਾਂ ਵਾਲਿਆਂ ਦੇ ਪੱਲੇ ਪੈਣਾ, ਭਾਗਾਂ ਵਾਲਿਆਂ ਤੇ ਜਿੱਦਣੇ ਗੱਲ ਸਮਝ ਆ ਗਈ ਬੇੜਾ ਪਾਰ ਹੈ। ਤੂੰ ਗੁਰੂ ਨਾਨਕ ਤੇ ਤੇਰਾ ਰੂਪ ਗੁਰੂ ਨਾਨਕ ਹੋਏਗਾ, ਜਿੱਦਣੇ ਸਮਝ ਆ ਗਿਆ। ਇਸ ਤੋਂ ਉੱਪਰ ਕੁਝ ਵੀ ਨਹੀਂ ਹੈ। ਸਾਰੀ ਗੁਰਬਾਣੀ ਨੇ ਇਹੀ ਕੁਝ ਸਮਝਾਇਆ ਹੈ ਜੋ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਰਾਏ ਬੁਲਾਰ ਸਾਹਿਬ ਨੂੰ ਸਮਝਾਉਣਗੇ। ਕਹਿੰਦੇ ਮਹਾਰਾਜ मैं अपने बारे जानना चाहना, अपने बारे मेरा नाम राय बुलारे ते दुनिया जानती है, मेरे मापिया ने रखे है, पर मैं अपना नाम आप नहीं रखिया। मेरा नाम ते तां हुंदा जिद्दन मेरा जन्म होया, मैं पहले दिन कहता आवाज दे के मेरा नाम फलाना सिंह, मैं ते ओह हां। नहीं,
ਘਰਦਿਆਂ ਨੇ ਚਾਚੀਆਂ ਤਾਈਆਂ ਭੂਆ ਮਾਸੀਆਂ ਇਕੱਠੀਆਂ ਹੋ ਕੇ ਫਲਾਣਾ ਗੱਗਾ ਸ਼ਬਦ ਆਇਆ, ਉਹ ਕਹਿੰਦਾ ਆਹ ਰੱਖ ਲਾ, ਉਹ ਕਹਿੰਦਾ ਆਹ ਰੱਖ ਲਾ। ਇਹ ਤੇ ਨਾਮ ਵੀ ਛੱਛੋ ਪੰਜ ਦੀ ਦੇਣ ਸੀ, ਇਹ ਭਰਮ ਦਾ ਨਾਮ ਸੀ ਸਾਡਾ ਜਿਹੜਾ ਅਸੀਂ ਰੱਖੀ ਫਿਰਦੇ ਹਾਂ। ਪਰ ਰਾਏ ਬਲਾਰ ਸਾਹਿਬ ਕਹਿੰਦੇ ਮਰ ਜਿਹੜੇ ਮੇਰੇ ਮਾਤਾ ਪਿਤਾ ਨੇ ਨਾਮ ਰੱਖੇ ਆ, ਪਰ ਮੈਂ ਕੌਣ ਆ, ਮੈਨੂੰ ਅੱਜ ਵੀ ਸਮਝ ਨਹੀਂ ਆਉਂਦਾ। ਤਿਮਰ ਵਿਖੇ ਤਨ ਸ਼ੁੱਧ ਸਭ ਭਾਨੇ, ਅਨੰਤ ਪਦਾਰਥ ਜਾਏ ਨ ਜਾਣੇ। ਮੈਂ ਮੋਹ ਦੇ ਹਨੇਰੇ ਵਿੱਚ, ਇਸ ਕਾਲੇ ਹਨੇਰੇ 'ਚ ਬੈਠਾ, ਮੈਨੂੰ ਕੁਝ ਵੀ ਨਹੀਂ ਦਿਸਦਾ। ਜਦੋਂ ਆਪਾਂ ਬਹੁਤ ਡਾਰਕਨੈਸ ਵਿੱਚ ਹੋਈਏ, ਬਿਲਕੁਲ ਬਲਾਈਂਡ ਹਨੇਰਾ, ਉਸ ਵੇਲੇ ਨਾ ਅੱਖਾਂ ਦੀਆਂ ਪੁਤਲੀਆਂ ਫੈਲ ਕੇ ਵੀ ਬੰਦ ਹੋ ਜਾਂਦੀਆਂ, ਕੁਝ ਨਹੀਂ ਦਿਸਦਾ, ਕਾਲੇ ਹਨੇਰੇ ਵਿੱਚ ਦਿਸਦਾ ਨਾ। ਰਾਏ ਬਲਾਰ ਸਾਹਿਬ ਕਹਿੰਦੇ ਮੈਂ ਜੀ ਉਸ ਹਨੇਰੇ 'ਚ ਬੈਠਾ, ਮੈਨੂੰ ਕੁਝ ਦੂਰ ਦੂਰ ਤੱਕ ਨਹੀਂ ਦਿਸਦਾ। ਪਰ ਜੇ ਮੈਂ ਦੁਨਿਆਵੀ ਤੌਰ ਤੇ ਵੇਖਾਂ, ਜਿੱਧਰ ਨੂੰ ਮੈਂ ਵੇਖਾਂ, ਮੇਰੀ ਜ਼ਮੀਨ ਕਿੰਨੇ ਮਰਬੇ ਜ਼ਮੀਨ ਦੇ, ਕਿੰਨੇ ਏਕੜ ਦੇ, ਕਿੰਨੇ ਇਲਾਕੇ ਦੇ ਰਾਜੇ ਨੇ। ਪਰ ਕਹਿੰਦੇ ਅੰਦਰ ਹਨੇਰੇ ਦੇ ਵਿੱਚ ਮੈਂ ਅੱਜ ਵੀ ਇਹ ਗੱਲਾਂ ਹਾਂ। ਸ਼ੁੱਧ ਅਗਿਆਨ ਹੈ ਸਰਬ ਗਵਾਈ, ਆਪਣੇ ਆਪ ਨ ਜਾਣਿਓ ਜਾਏ। ਮਤਲਬ ਮੈਂ ਆਪਣੇ ਬਾਰੇ ਆਪਣੇ ਆਪ ਨਹੀਂ ਜਾਣ ਸਕਦਾ, ਮੈਨੂੰ ਆਪਣੇ ਆਪ ਦੀ ਖਬਰ ਹੀ ਨਹੀਂ ਰਹੀ, ਕਿਉਂਕਿ ਅਗਿਆਨ ਨੇ ਇੰਨਾ ਪ੍ਰਭਾਵ ਮੇਰੀ ਮੱਤ ਤੇ ਪਾਤਾ ਤੇ ਮੇਰੀ ਮੱਤ, ਮੇਰੀ ਅਕਲ ਨੂੰ ਇਹ ਨਹੀਂ ਪਤਾ ਵੀ ਮੈਂ ਕੌਣ ਹਾਂ। ਸੱਚੀ ਨਹੀਂ ਪਤਾ, ਕਿਸੇ ਨੂੰ ਵੀ ਨਹੀਂ ਪਤਾ। ਦੁਨੀਆ ਦੇ ਵਿੱਚ ਨਾ ਕਿਸੇ ਬੰਦੇ ਦੀ ਬਾਹ ਫੜ ਕੇ ਸਿਰਫ ਇੰਨਾ ਪੁੱਛ ਲਿਓ, ਤੂੰ ਕੌਣ ਹੈ। ਪਹਿਲਾਂ ਉਹ ਟੱਪ ਗਿਆ, ਤੂੰ ਮੇਰਾ ਨਾਮ ਫਲਾਣਾ ਸੀ ਨਾ, ਇਹ ਤੇਰੇ ਘਰਦਿਆਂ ਨੇ ਰੱਖਿਆ, ਤੂੰ ਕੌਣ ਹੈ ਉਹ ਦੱਸ। ਫਿਰ ਕਈ ਗੱਲਾਂ ਅੱਗੇ ਅੱਗੇ ਕਰੂਗਾ, ਉਹਨਾਂ ਗੱਲਾਂ ਚੋਂ ਫਿਰ ਬਾਅਦ ਚ ਰੋਣਾ ਹੈ ਕਿ ਭਾਈ ਸਾਹਿਬ ਇੰਨੇ ਸਵਾਲ ਤੁਸੀਂ ਮੈਨੂੰ ਕਰਦੇ, ਹੁਣ ਮੈਨੂੰ ਜਵਾਬ ਦੇ ਕੇ ਜਾਓ। ਯਾਰ ਮੈਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ, ਮੈਂ ਆਪਣੇ ਆਪ ਨੂੰ ਪੁੱਛੀ ਜਾਂਦਾ ਮੈਂ ਕੌਣ ਆ, ਮੈਂ ਕੌਣ ਆ, ਤੂੰ ਉਸੇ ਵਧੇਰੇ ਛੱਡਤਾ ਲਿਆ ਕੇ। ਰਾਏ ਬਲਾਰ ਸਾਹਿਬ ਕਹਿੰਦੇ ਮਹਾਰਾਜ ਤੁਹਾਡੇ ਬਿਨਾ ਮੈਨੂੰ ਇਸ ਹਨੇਰੇ ਚੋਂ ਕੱਢ ਨਹੀਂ ਸਕਦਾ। ਇਸੇ ਕਰਕੇ ਗੁਰੂ ਦਾ ਅਰਥ ਹੁੰਦਾ ਹੈ, ਗੁਰੂ ਨਾਮ ਅੰਧਕਾਰ ਤੇ ਰੂਹ ਨਾਮ ਪ੍ਰਕਾਸ਼ ਹੈ। ਜਿਹੜਾ ਹਨੇਰੇ ਚੋਂ ਬਾਹ ਫੜ ਕੇ ਚਾਨਣ ਚ ਕਰਦੇ, ਉਸੇ ਨੂੰ ਕਹਿੰਦੇ ਨੇ ਵਾਹਿਗੁਰੂ। ਆਖੋ ਸਤਿਨਾਮ। ਉਹੀ ਪਰਮਾਤਮਾ ਹੈ, ਉਹੀ ਪਰਮੇਸ਼ਵਰ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਮਣੇ ਬੈਠੇ ਸੁਣਦੇ ਰਹੇ, ਸੁਣਦੇ ਰਹੇ। ਕਹਿੰਦੇ ਮਹਾਰਾਜ ਮੈਨੂੰ ਦੁਨੀਆ ਜਾਣਦੀ ਹੈ, ਕਿੱਡੀ ਹੈਰਾਨੀ ਦੀ ਗੱਲ ਹੈ, ਮੈਂ ਆਪਣੇ ਬਾਰੇ ਨਹੀਂ ਜਾਣਦਾ। ਸੱਚੀ ਹੈਰਾਨੀ। ਪਰ ਜੇ ਬਾਹਰਲੇ ਬਾਰੇ ਸੋਚੀਏ, ਬਾਹਰ ਦੀਆਂ ਗੱਲਾਂ ਫਿਰ ਉਹ ਕੱਖ ਵੀ ਨਹੀਂ, ਇਹ ਅੰਡਰਨਲ ਗੱਲਾਂ, ਸੂਖਮ। ਸਭਾ ਦੇ ਵਿੱਚ ਦੋ ਚਾਰ ਮਨੁੱਖ ਹੋਰ ਬੈਠੇ ਸੀ, ਕਹਿੰਦੇ ਰਾਏ ਬਲਾਰ ਸਾਹਿਬ ਕਿਹੋ ਜਿਹੀਆਂ ਗੱਲਾਂ ਕਰਦੇ, ਸਾਰੀ ਜ਼ਿੰਦਗੀ ਇਹੋ ਜਿਹੀਆਂ ਗੱਲਾਂ ਸੁਣੀਆਂ ਨਹੀਂ। ਜਾਤੀ ਤਮ ਜੋ ਸਾਹਮਣੇ ਤਾਂ ਕੇ, ਸਰਬ ਜੀਵ ਦੁਖੀਆ ਬਸ ਜਾ ਕੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਾਏ ਬਲਾਰ ਸਾਹਿਬ ਤੁਸੀਂ ਗਿਆਨੀ ਹੋ, ਧਿਆਨੀ ਹੋ, ਸਾਡੇ ਤੋਂ ਕਿਉਂ ਪੁੱਛਦੇ ਹੋ। ਕਹਿੰਦੇ ਮਹਾਰਾਜ ਮੈਂ ਅਗਿਆਨੀ ਆ, ਮੈਨੂੰ ਪਤਾ ਹੈ ਤੁਹਾਡੇ ਬਿਨਾ ਮੈਨੂੰ ਸਮਝ ਹੀ ਨਹੀਂ ਆਉਣਾ। ਕੱਲਾ ਮੈਂ ਨਹੀਂ, ਸਾਰੀ ਦੁਨੀਆ ਇਸੇ ਮੋਹ ਦੇ ਹਨੇਰੇ 'ਚ ਝੱਲੀ ਹੋਈ ਫਿਰਦੀ। ਕਿਸੇ ਕੋਲ ਸਮਾਂ ਹੈ? ਉੱਪਰੋਂ ਸਾਰੇ ਭਗਤੀ ਕਰਦੇ, ਉੱਤੋਂ ਸਾਰੇ ਧਰਮੀ ਨੇ, ਪਰ ਜਿੱਡੇ ਮਰਜੀ ਵੱਡੇ ਧਰਮੀ ਨੂੰ ਫੜ ਕੇ ਵੇਖੋ ਸਾਰੇ ਰੋ ਰਹੇ। ਆਖੋ ਸਤਿਨਾਮ। ਕਿਉਂ ਹੈ ਇਹ? ਤੁਸੀਂ ਗੁਰਦੁਆਰੇ ਜਾ ਕੇ ਵੇਖੋ, ਮੰਦਿਰ ਮਾਜਰ ਜਾ ਕੇ ਵੇਖੋ, ਤੁਸੀਂ ਕਹੋ ਬਾਬਾ ਜੀ ਮੈਂ ਦੁਖੀ, ਬਾਬਾ ਕਹਿੰਦਾ ਯਾਰ ਮੈਂ ਤੇ ਆਪ ਦਵਾਈ ਲੈਂਦਾ, ਮੈਂ ਤੇ ਆਪ ਦੁਖੀ। ਕਿਸੇ ਤਾਂਤਰਿਕ ਕੋਲ ਜਾਓ, ਬਾਬਾ ਜੀ ਮੇਰੇ ਘਰ ਬਾਰੇ ਦੱਸੋ, ਜੇ ਉਹਦੇ ਘਰ ਬਾਰੇ ਪਤਾ ਕਰੀਓ, ਕਹਿੰਦੇ ਯਾਰ ਇਹਦੀ ਤੇ ਘਰ ਵਾਲੀ ਆਖੇ ਨਹੀਂ ਲੱਗਦੀ, ਮੁੰਡਾ ਇਹਦਾ ਘਰੋਂ ਭੱਜ ਗਿਆ। ਇਹ ਲੋਕਾਂ ਦੇ ਬੱਚੇ ਦੱਸਦਾ ਕਿਹਦਾ ਕਿੱਥੇ ਗਿਆ, ਇਹਦਾ ਆਪਣਾ ਤਾਂ ਪਤਾ ਨਹੀਂ, ਇਹ ਆਪ ਦੁਖੀ ਹੈ। ਡਾਕਟਰ ਕੋਲ ਜਾਓ ਵੀ ਮੈਂ ਦੁਖੀ ਆ, ਹੁਣ ਉਹਦੇ ਪਰਿਵਾਰ ਨੂੰ ਜਾ ਕੇ ਪੁੱਛੋ, ਕਹਿੰਦੀ ਰੋਜ਼ ਐਲਪ੍ਰੈਕਸ ਲੈ ਕੇ ਸੌਂਦਾ ਹੈ, ਇਹ ਆਪ ਪਰੇਸ਼ਾਨ ਵੀ ਮੈਂ ਕੀ ਕਰਾਂ, ਮੈਨੂੰ ਨੀਂਦ ਰਾਤ ਨੂੰ ਨਹੀਂ ਆਉਂਦੀ। ਦੁਨੀਆ ਤੇ ਸਾਰੀ ਦੁਖੀ ਹੈ ਨਾ ਫਿਰ, ਕਿਉਂਕਿ ਗੁਰੂ ਸਾਹਿਬ ਨੇ ਸਪਸ਼ਟ ਕਿਹਾ ਬਾਲੀ ਰੋਵੈ ਨਾਏ ਪਤਾਰ ਨਾਨਕ ਦੁਖੀਆ ਸਭ ਸੰਸਾਰ। ਅਸੀਂ ਇਹ ਸ਼ਬਦ ਬਾਰ-ਬਾਰ ਲਾ ਲੈਂਦੇ ਆ, ਹਾਂਜੀ ਉਹ ਵੀ ਦੁਖੀ ਆ, ਉਹ ਵੀ ਦੁਖੀ। ਦੁਖੀ ਕਿਵੇਂ ਹੈ? ਇਹ ਅੰਤਰੀਵ ਗੱਲਾਂ ਨੇ, ਬਾਹਰ ਦੇ ਸੁੱਖ ਦੁੱਖ ਦਾ ਰੌਲਾ ਥੋੜੀ ਹੈ ਵੀ ਫਲਾਣੇ ਦੇ ਘਰ ਰੋਟੀ ਨਹੀਂ ਪੱਕੀ ਉਹ ਦੁਖੀ ਹੈ ਜੀ, ਮਰਦ ਕਹਿੰਦੇ ਸਾਰੇ ਦੁਖੀ ਨੇ, ਫਲਾਣੇ ਨੂੰ ਨੌਕਰੀ ਨਹੀਂ ਮਿਲੀ ਦੁਖੀ ਆ, ਉਹ ਵੀ ਦੁਖੀ ਹੈ। ਨਹੀਂ, ਅੰਤਰੀਵ ਭਾਵ ਤੋਂ ਮਨ ਕਰਕੇ ਹਰ ਬੰਦਾ ਦੁਖੀ ਹੈ। ਜਿਹਨੂੰ ਗੁਰਬਾਣੀ ਦੀ ਸਮਝ ਆ ਗਈ ਸੋ ਸੁਖੀਆ ਜਿਸ ਨਾਮ ਆਧਾਰ, ਜਿਹਨੂੰ ਰੱਬ ਦੇ ਨਾਮ ਦਾ ਆਸਰਾ ਹੈ, ਕੇਵਲ ਤੇ ਕੇਵਲ ਉਹ ਹੀ ਸੁਖੀ ਹੈ। ਬਾਕੀ ਰੱਬ ਨਾਲ ਜੁੜੇ ਵੀ ਦੁਖੀ ਨੇ। ਆਖੋ ਸਤਿਨਾਮ। ਕਿਉਂ? ਬਾਣੀ ਨੇ ਇਹ ਵੀ ਦੱਸ ਦਿੱਤਾ ਕਿਉਂ ਦੁਖੀ ਨੇ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਨਹੀਂ। ਕਹਿੰਦੇ ਰੱਬ ਰੱਬ ਕਰਦੀ, ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰਦੀ ਸਾਰੀ ਦੁਨੀਆ ਫਿਰਦੀ, ਰੱਬ ਮਿਲਿਆ ਕਿਸੇ ਨੂੰ? ਮਿਲਿਆ ਕਿਉਂ ਨਹੀਂ? ਲੱਭਣ ਉਹਨੂੰ ਚੱਲੇ ਆ ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ, ਪਤਾ ਆਪਣੇ ਆਪ ਦਾ ਨਹੀਂ। ਆਖੋ ਸਤਿਨਾਮ।
अपने आप की समझ नहीं मैं कौन हाँ ते मैं पुछदा भी तू कित्थों आया तू कौन है। ਜਦੋਂ ਸਤਿਗੁਰਾਂ ਦੇ ਸਾਹਮਣੇ ਬੇਨਤੀ ਰੱਖੀ ਨਾ ਮਹਾਰਾਜ ਜਾਣ ਕੇ ਪੁੱਛਦੇ ਸੀ ਕਿ ਸਾਨੂੰ ਕਿਉਂ ਪੁੱਛਦੇ ਹੋ, ਤੁਸੀਂ ਇੰਨਾ ਗਿਆਨ ਰੱਖਦੇ ਹੋ, ਆਪਣੇ ਬਾਰੇ ਜਾਣਦੇ ਹੋ, ਤੁਸੀਂ ਤੇ ਸਮਝਾਉਣ ਵਾਲੇ ਹੋ। ਕਹਿੰਦੇ ਨਾ ਬਾਬਾ ਨਾ, ਤੇਰੇ ਬਾਝੋ ਅੰਦਰ ਦੀ ਸੋਝੀ ਆਉਣੀ ਨਹੀਂ। ਉਪਦੇਸ਼ਕ ਪ੍ਰਭ ਤੋਹੇ ਸਮਾਨਾ, ਅਵਨੀ ਵਿਖੇ ਨ ਜਾਨੋ ਆਨਾ। ਕੁੱਲ ਕਾਇਨਾਤ ਵਿੱਚ ਬਾਬਾ ਤੇਰੇ ਵਰਗਾ ਉਪਦੇਸ਼ਕ ਨਹੀਂ, ਕੋਈ ਸਮਝਾਉਣ ਵਾਲਾ ਕੋਈ ਨਹੀਂ। ਗੁਰਬਾਣੀ ਨੇ ਇਹਨਾਂ ਗੱਲਾਂ ਨੂੰ ਸਿੱਧ ਕੀਤਾ ਏ। ਗੁਰ ਬਿਨ ਭੂਲ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਕਹਿੰਦੇ ਗੁਰੂ ਤੋਂ ਬਿਨਾਂ ਘੋਰ ਅੰਧਾਰ ਹੈ, ਘੋਰ ਹਨੇਰਾ ਹੈ। ਇੱਥੇ ਤੇ ਲਾਈਟਾਂ ਜਗ ਰਹੀਆਂ ਨੇ, ਚਾਨਣਾ ਬੜਾ ਜੀ, ਸੂਰਜ ਵੀ ਚੜ੍ਹਦਾ ਚੰਦ ਵੀ ਚੜ੍ਹੇ, ਨਹੀਂ ਅੰਦਰ ਦੀ ਗੱਲ ਹੈ ਇਹ। ਕਹਿੰਦੇ ਘੋਰ ਹਨੇਰਾ ਏ, ਮੈਂ ਕਹਿੰਦਾ ਆ ਵੀ ਮੇਰਾ ਯਾਰ, ਉਹ ਵੀ ਮੇਰਾ, ਉਹ ਵੀ ਮੇਰਾ। ਜਦ ਮੈਂ ਦੁਖੀ ਕੱਲਾ ਹੋ ਕੇ ਬੈਠਦਾ ਤਾਂ ਮੇਰੇ ਆਪਣੇ ਵੀ ਮੇਰੇ ਨਹੀਂ ਹੁੰਦੇ। ਮੇਰੀ ਲੱਤ ਦਰਦ ਹੁੰਦੀ ਹੈ ਜੀ, ਮੇਰਾ ਦਰਦ ਲੱਤ ਦਾ ਤੁਹਾਡੀ ਲੱਤ ਦੇ ਦਰਦ ਨੂੰ ਵਧਾਉਗੇ, ਤੁਹਾਨੂੰ ਕੀ ਫੀਲ ਹੋਣਾ? ਮੈਂ ਪਰੇਸ਼ਾਨ ਹੋਵਾਂ, ਮੇਰੀ ਪਰੇਸ਼ਾਨੀ ਤੁਸੀਂ ਆਪਣੇ ਮਨ ਤੇ ਲੈ ਸਕਦੇ ਹੋ? ਨਹੀਂ ਲੈ ਸਕਦੇ। ਜੇ ਮੈਂ ਸੁਖੀ ਹਾਂ ਤੇ ਮੇਰੇ ਸੁਖ ਦਾ ਭਾਅ ਤੁਹਾਨੂੰ ਕੀ ਹੈ? ਤੁਹਾਨੂੰ ਜਰਿਆ ਨਹੀਂ ਜਾਣਾ, ਸੁਭਾਵਿਕ ਗੱਲ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਮਹਾਰਾਜ ਮੈਂ ਘੋਰ ਹਨੇਰੇ ਵਿੱਚ ਹਾਂ, ਮੈਨੂੰ ਸਮਝ ਤੁਹਾਡੇ ਬਿਨਾਂ ਨਹੀਂ ਆਉਣੀ। ਬਾਂਹ ਫੜ ਕੇ ਮੈਨੂੰ ਕੱਢ ਲਓ, ਕਾਟੀ ਨਰਕ ਤੇ ਤੂੰ, ਤੁਸੀਂ ਨਰਕਾਂ 'ਚ ਵੜ ਰਹੇ। ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਹੋਏ, ਕਹਿੰਦੇ ਰਾਏ ਬੁਲਾਰ ਜੀ ਸਭ ਕੁਝ ਜਾਣਦੇ ਹੋਏ ਕਿਉਂ ਅਣਜਾਣ ਬਣਦੇ ਹੋ? ਕਿਰਪਾ ਸਿੰਧ ਕਰਨਾ ਅਬ ਕੀਜੈ, ਮਮ ਸਰੂਪ ਸਮਝਾਏ ਸੋ ਦੀਜੈ। ਪਿਆਰ ਦਾ ਤਰਲਾ ਕਰਕੇ ਕਹਿੰਦੇ ਆ ਕਿਰਪਾ ਦੇ ਸਮੁੰਦਰ ਸਾਗਰ ਸਤਿਗੁਰੂ ਜੀ, ਇਹ ਤਰਲਾ ਹੀ ਹੈ, ਬੇਨਤੀ ਹੈ, ਕਿਰਪਾ ਕਰਕੇ ਤੁਸੀਂ ਸਮਝਾ ਦਿਓ ਮੈਂ ਕੌਣ ਹਾਂ। ਹੁਣ ਤੁਸੀਂ ਮੈਨੂੰ ਸਵਾਲ ਕਰੋ ਇੱਕ ਦੁਨਿਆਵੀ ਤੌਰ ਤੇ, ਭਾਈ ਸਾਹਿਬ ਦੱਸੋ ਯਾਰ ਮੈਂ ਕੌਣ ਹਾਂ? ਡਾਕਟਰ ਨੂੰ ਜਾ ਕੇ ਪੁੱਛੋ, ਡਾਕਟਰ ਸਾਹਿਬ ਮੈਨੂੰ ਇਹ ਨਹੀਂ ਪਤਾ ਲੱਗਦਾ ਜੀ, ਮੈਨੂੰ ਦਵਾਈ ਦਿਓ। ਉਹ ਕਹਿੰਦਾ ਕਾਹਦੀ? ਵੀ ਯਾਰ ਮੈਂ ਕੌਣ ਹਾਂ ਮੈਨੂੰ ਨਹੀਂ ਪਤਾ ਲੱਗਦਾ। ਉਹ ਕੋ ਸੱਟੋ ਇਹਨੂੰ ਪਾਗਲਖਾਨੇ, ਇਹ ਝੱਲਾ ਹੋਇਆ ਫਿਰਦਾ ਹੈ, ਇਹਨੂੰ ਲਾਓ ਦਵਾਈ, ਦਿਓ ਇੰਜੈਕਸ਼ਨ, ਜਿਹਨੂੰ ਆਪਣੇ ਆਪ ਦਾ ਨਹੀਂ ਪਤਾ ਲੋਕਾਂ ਦਾ ਨੁਕਸਾਨ ਕਰੂਗਾ। ਪਰ ਕਿੱਡੀ ਗਹਿਰੀ ਗੱਲ ਹੈ। ਦੁਨੀਆ ਜਿਹਨੂੰ ਰਾਜਾ ਮੰਨਦੀ, ਲੋਕੀ ਜਿਹਨੂੰ ਰੱਬ ਦਾ ਫਕੀਰ ਕਹਿੰਦੇ ਆ, ਉਹ ਕਹਿੰਦਾ ਸੀ ਮੈਨੂੰ ਆਪਣੇ ਆਪ ਦਾ ਨਹੀਂ ਪਤਾ। ਇਹ ਹੁੰਦੀ ਰੱਬ ਦੇ ਪਿਆਰਿਆਂ ਦੀ ਨਿਮਰਤਾ, ਇਹ ਉਹਨਾਂ ਦਾ ਵਡੱਪਣ। ਸਭ ਕੁਝ ਕਰਦੇ ਹੋਏ ਵੀ ਆਖਦੇ ਮੈਂ ਕੁਝ ਨਹੀਂ ਕੀਤਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਵੇਖੋ, ਜੰਗ ਆਪ ਦਿੱਤੇ, ਖਾਲਸੇ ਨੂੰ ਕੀ ਕਹਿੰਦੇ ਆ? ਜੁੱਧ ਜਿੱਤੇ ਇਨਹੀ ਕੀ ਪ੍ਰਸਾਦ, ਇਨਹੀ ਕੀ ਕਿਰਪਾ ਹੁਣ ਧਾਮ ਭਰੇ। ਕਹਿੰਦੇ ਆ ਖਾਲਸੇ ਦੀ ਕਿਰਪਾ ਨਾਲ ਮੈਂ ਜੁੱਧ ਜਿੱਤੇ, ਆ ਖਾਲਸੇ ਕਰਕੇ ਮੇਰਾ ਘਰ ਬਾਰ ਭਰਿਆ। ਕਹਿੰਦੇ ਮਹਾਰਾਜ ਸਿੱਖ ਕਹਿੰਦੇ ਗੁਰੂ ਸਾਹਿਬ ਤੁਸੀਂ ਜੰਗ ਜਿੱਤ ਲਿਆ, ਤੁਸੀਂ ਜਿੱਤ ਗਏ। ਮਹਾਰਾਜ ਕਹਿੰਦੇ ਨਹੀਂ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤੇ ਉਹਦੀ ਫਤਿਹ ਹੈ। ਵਡੱਪਣ ਕਿੱਡਾ ਵੱਡਾ ਹੈ, ਪਰ ਅਸੀਂ ਕਦੇ ਵਿਚਾਰੇ, ਅਸੀਂ ਕਦੇ ਸਮਝੇ ਨਹੀਂ। ਰਾਏ ਬੁਲਾਰ ਸਭ ਬੇਵੱਸ ਹੋ ਕੇ ਮੱਝ ਦੇ ਸਨਮੁਖ ਹੱਥ ਜੋੜ ਕੇ ਹੱਥ ਕੰਬਣ ਲੱਗ ਪਏ। ਗੁਰੂਦੇਵ ਦੱਸ ਰਹੇ ਹੋ ਮੈਂ ਕੌਣ ਹਾਂ? ਤੁਮ ਕਰਨਾ ਤੇ ਮੁਝ ਜਗਿਆਸਾ, ਵਦੀਰ ਦੇ ਮੇ ਅਦਕ ਪਿਆਸਾ। ਸਤਿਗੁਰਾਂ ਫਿਰ ਪਿਆਰ ਨਾਲ ਪੁੱਛਿਆ ਕਿ ਤੁਹਾਡੇ ਮਨ 'ਚ ਖਿਆਲ ਕਿਉਂ ਆਇਆ ਵੀ ਮੈਂ ਕੌਣ ਹਾਂ? ਇਹ ਖਿਆਲ ਆਉਣਾ ਵੱਡੀ ਗੱਲ, ਸਾਨੂੰ ਕਦੇ ਆਇਆ ਸੀ? ਇਹ ਲੋਕਾਂ ਦੀ ਇਨਕੁਆਰੀ ਕਰਦੇ ਫਿਰਦੇ ਆ, ਉਹ ਫਲਾਣਾ ਗਵਾਂਢ 'ਚ ਫਲਾਣੇ ਦੇ ਘਰ ਰੈਂਟ ਤੇ ਕੌਣ ਆਇਆ ਹੈ, ਉੱਧਰੋਂ ਪਿਛਲੀ ਗਲੀ 'ਚ ਕੌਣ ਰਹਿੰਦਾ ਹੈ, ਯਾਰ ਆਹ ਬੰਦਾ ਡਿਪਾਰਟਮੈਂਟ 'ਚ ਨਵਾਂ ਆਇਆ, ਇਹ ਪਤਾ ਕਰੋ, ਵੈਰੀਫਿਕੇਸ਼ਨ ਕਰੋ ਕੌਣ ਹੈ। ਕਦੇ ਕਿਸੇ ਨੇ ਪੁੱਛਿਆ ਵੀ ਮੈਂ ਕੌਣ ਹਾਂ, ਮੇਰੇ ਬਾਰੇ ਦੱਸੋ। ਰਾਏ ਬੁਲਾਰ ਸਾਹਿਬ ਕਹਿੰਦੇ ਮਹਾਰਾਜ ਤੇਰੀ ਕਿਰਪਾ ਨਾਲ, ਤੁਹਾਡੀ ਦਇਆ ਨਾਲ ਅੰਦਰ ਖਿਆਲ ਆਇਆ, ਇਹ ਖਿਆਲ ਤੁਸੀਂ ਪਾਇਆ ਏ। ਲੱਖ ਅਧਿਕਾਰ ਗਿਆਨ ਕੋ ਦਾਨਾ, ਦੇ ਕਰ ਕਰੋ ਮੋਰ ਕਲਿਆਣ। ਪਰ ਹਰ ਗੱਲ ਵਿੱਚ ਤਰਲਾ ਏ, ਮੇਰਾ ਕਲਿਆਣ ਕਰ ਦਿਓ, ਮੈਨੂੰ ਮੁਕਤ ਕਰ ਦਿਓ। ਮੁਕਤੀ ਤੇ ਮਿਲਦੀ ਤਾਂ ਇਹਦੇ ਅੰਦਰ ਆਪਣੇ ਆਪ ਦੀ ਸਮਝ ਹੋਵੇ। ਸੁਭਾਵਿਕ ਗੱਲ ਹੈ, ਜਿਸ ਬੰਦੇ ਨੂੰ ਆਪਣੇ ਸਰੀਰ ਦੀ ਸੋਝੀ ਨਾ ਹੋਵੇ ਉਹ ਆਪਣੇ ਘਰੇ ਵੀ ਨਹੀਂ ਆ ਸਕਦਾ। ਜਿਹਨੂੰ ਇਹ ਨਾ ਪਤਾ ਹੋਵੇ ਮੈਂ ਕੌਣ ਆ, ਮੇਰੇ ਮਾਂ-ਬਾਪ ਕੋਲ ਕਿੰਨੇ ਤੁਰੇ ਫਿਰਦੇ ਦੁਨੀਆ ਫਿਰਦੇ ਆ, ਤੇ ਜਿਹਨੂੰ ਅੰਦਰ ਦੀ ਸੋਝੀ ਨਹੀਂ ਹੈ ਕਿ ਉਹ 84 ਲੱਖ ਦੇ ਗੇੜੇ ਤੋਂ ਬਾਹਰ ਜਾ ਸਕਦਾ ਹੈ, ਕਦੇ ਵੀ ਨਹੀਂ ਜਾ ਸਕਦਾ। ਜਦੋਂ ਇਹ ਨਹੀਂ ਪਤਾ ਮੈਂ ਕੌਣ, ਤੇ ਫਿਰ ਬਿਲਕੁਲ ਨੂੰ ਕੌਣ? ਕੱਢ ਲੂ ਕੋਈ ਨਰਕਾਂ ਚੋਂ, ਕੱਢ ਲੂ ਕੋਈ ਸਵਰਗਾਂ ਚੋਂ, ਲੈ ਜੂ ਕੋਈ ਬਾਂਹ ਫੜ ਕੇ। ਜਦੋਂ ਆਪਣੇ ਆਪ ਦਾ ਪਤਾ ਹੀ ਨਹੀਂ ਮੈਂ ਕੌਣ ਆ, ਮੈਂ ਕਿੱਥੋਂ ਆਇਆ, ਮੈਂ ਕਿੱਥੇ ਜਾਣਾ, ਤੇ ਜਦ ਤੱਕ ਗੁਰੂ ਵਾਲਾ ਨਹੀਂ ਬਣਦਾ ਆਪਾਂ ਨਹੀਂ ਸੌਂਪਦਾ। ਆਪਾਂ ਸੌਂਪਣ ਤੋਂ ਭਾਵ ਕੀ ਹੈ ਵੀ ਜ਼ੀਰੋ ਹੋ ਜਾ ਗੁਰੂ ਅੱਗੇ, ਮਹਾਰਾਜ ਮੇਰਾ ਮੁਝ ਮੈਂ ਕਿਛ ਨਹੀਂ
ਜੋ ਕੁਛ ਹੈ ਸੋ ਤੇਰਾ ਸੀ। ਦਾ ਅਰਥ ਕੀ ਕੱਢਿਆ? ਕੋਠੀ ਤੇ ਲਿਖਾਤਾ ਹੈ ਪੈਦਾ ਤੇਰੀ ਦਤਾਰ, ਗੱਡੀ ਦੇ ਪਿੱਛੇ ਲਿਖਾਈ ਫਿਰਦੇ ਆ ਸੱਚੇ ਪਾਤਸ਼ਾਹ ਤੇਰੀ ਕਿਰਪਾ। ਹੱਥ ਨਹੀਂ ਲਾਉਣ ਦਿੰਦਾ, ਮੰਗ ਵੀ ਧਾਰੀ ਨਹੀਂ ਦਿੰਦਾ ਕਿਸੇ ਨੂੰ। ਅਗਲਾ ਕਹਿੰਦਾ ਯਾਰ ਮੈਂ ਪਿੰਡ ਜਾ ਕੇ ਆਣਾ, ਇੱਕ ਲਈ ਚਾਬੀ ਦੇ ਦੇ, ਕਹਿੰਦਾ ਨਾ ਯਾਰ ਇਹਨੇ ਫੇਰ ਨਹੀਂ ਪਾਉਣਾ, ਪਿੱਛੇ ਲਿਖਾਈ ਫਿਰਦਾ ਪੈਦਾ ਤੇਰੀ ਦਤਾਰ। ਕੋਠੀ 'ਚ ਆਇਆ ਕੋਈ, ਕਹਿੰਦਾ ਜੀ ਰਾਤ ਕੱਟਣੀ ਤੁਹਾਡੇ ਵਿਹੜੇ 'ਚ ਸੌਂ ਸਕਦੇ, ਕੋਈ ਮੰਗਣ ਵਾਲਾ, ਉਹ ਕਹਿੰਦਾ ਬਾਹਰ ਹੋ ਜਾ ਇੱਥੋਂ। ਲਿਖਾਈ ਕੀ ਫਿਰਦਾ ਹੈ? ਵਾਹਿਗੁਰੂ ਤੇਰਾ ਸ਼ੁਕਰ ਹੈ, ਤੇਰੀ ਦਾਤ ਹੈ। ਇਹ ਦਿਖਾਵਾ ਨਾ, ਫਿਰ ਬਾਣੀ ਇਹਨਾਂ ਕੰਮਾਂ ਵਾਸਤੇ ਹੈ ਨਹੀਂ, ਬਾਣੀ ਅੰਦਰ ਲਾਗੂ ਕਰਨ ਵਾਸਤੇ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਰਾਏ ਬੁਲਾਰ ਸਾਹਿਬ ਜੀ ਤੁਹਾਨੂੰ ਇਹਨਾਂ ਤੇ ਸਮਝ ਆ ਗਿਆ ਨਾ ਵੀ ਮੈਂ ਕੌਣ ਆ। ਇਹ ਬਹੁਤ ਵੱਡੀ ਗੱਲ ਆ, ਆਖੋ ਸਤਿਨਾਮ। ਗੁਰੂ ਦੀ ਕਿਰਪਾ ਨਾਲ ਮਿਲਦੇ ਜਿੱਦਣੇ ਅੰਦਰ ਸਵਾਲ ਆ ਗਏ ਨਾ ਮੈਂ ਕੌਣ, ਇਹਦੀ ਖੋਜ ਕਰੋਗੇ, ਇਹ ਜਵਾਬ ਤੁਹਾਨੂੰ ਕਿਸੇ ਕਿਤਾਬ, ਕਿਸੇ ਗ੍ਰੰਥ, ਕਿਸੇ ਧਰਮ, ਕਿਸੇ ਖਿੱਤੇ ਚੋਂ ਕਦੇ ਵੀ ਪ੍ਰਾਪਤ ਹੋਣਾ ਨਹੀਂ। ਅਸ ਪਰ ਘਰ ਕੀ ਸੁਣ ਕਰ ਬਾਨੀ, ਬਿਨੈ ਦੀਨਤ ਮਿਹ ਜੋ ਸਾਨੀ। ਗੁਰੂ ਨਾਨਕ ਸਾਹਿਬ ਮਹਾਰਾਜ ਪਿਆਰ ਵਿੱਚ ਭਿੱਜੇ ਹੋਏ, ਅੰਦਰੋਂ ਮੁਸਕਰਾ ਪਏ, ਖੁਸ਼ ਹੋ ਗਏ। ਉਹ ਜਾਣਦੇ ਨੇ ਬੜੀ ਨਿਮਰਤਾ 'ਚ ਪੁੱਛ ਰਹੇ ਆ, ਭਿੱਜ ਕੇ ਪੁੱਛ ਰਹੇ ਆ। ਹੱਸ ਕੇ ਸਤਿਗੁਰ ਕਹਿੰਦੇ ਰਾਏ ਬੁਲਾਰ ਸਾਹਿਬ ਜੀ ਹੁਣ ਜੋ ਪੁੱਛੋਗੇ ਉਹੀ ਜਵਾਬ ਦੇਾਂਗੇ। ਤੇਨ ਗਿਆਨ ਕੀ ਮਤ ਤਿਹ ਤਾਈ, ਉਦਤ ਭਏ ਸ਼੍ਰੀ ਗੁਰ ਜਗ ਸਾਈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਸਵਾਲ ਆਪ ਕੀਤਾ। ਪਹਿਲਾਂ ਰਾਏ ਬੁਲਾਰ ਸਾਹਿਬ ਨੇ ਕਹਿਣਾ ਮੈਂ ਕੌਣ ਆ। ਸਤਿਗੁਰ ਕਹਿੰਦੇ ਅਸੀਂ ਪੁੱਛਦੇ ਆ ਰਾਏ ਬੁਲਾਰ ਤੂੰ ਕੌਣ ਹੈ। ਹੁਣ ਸਵਾਲ ਹੋਰ ਬਾਰਾ ਹੋ ਗਿਆ, ਮੈਂ ਆਪਣੇ ਬਾਰੇ ਪੁੱਛਾਂ ਕੋਈ ਇੱਕ ਅਲੱਗ ਗੱਲ ਹੈ, ਕਿਸੇ ਨੂੰ ਮੈਂ ਦੱਸਾਂ ਨਾ ਦੱਸਾਂ ਮੇਰੇ ਅੰਦਰ ਕੀ ਹੈ, ਪਰ ਸਾਹਮਣੇ ਵਾਲਾ ਵੀ ਸਵਾਲ ਕਰੇ ਫਿਰ ਉਹਦਾ ਜਵਾਬ ਖੋਜਣਾ ਤੇ ਦੇਣਾ ਬੜਾ ਮੁਸ਼ਕਲ ਹੁੰਦਾ ਏ। ਦੋਹਰਾ ਸ਼੍ਰੀ ਗੁਰੂ ਪਗ ਸੋਭਾ ਬਿਮਲ, ਪਿੰਜਰ ਸਰ ਪਹਿਚਾਨ, ਮਨ ਖੰਜਨ ਤੇ ਪਾਈ ਕੇ, ਕਹੋ ਕਥਾ ਗੁਣ ਖਾਨ। ਭਾਈ ਸੰਤੋਖ ਸਿੰਘ ਇਸ ਪ੍ਰਸੰਗ ਦੀ ਸਮਾਪਤੀ ਕਰਕੇ ਨਵੇਂ ਪ੍ਰਸੰਗ ਦੀ ਆਰੰਭਤਾ ਕਰਦੇ ਆ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਰਾਏ ਬੁਲਾਰ ਸਾਹਿਬ ਨੂੰ ਸੂਖਸ਼ਮ ਉਪਦੇਸ਼ ਆਪਣੇ ਰੂਪ ਦਾ ਦੇਣ ਲੱਗੇ ਆ। ਕਹਿੰਦੇ ਪਾਤਸ਼ਾਹ ਮੈਂ ਤੇਰੇ ਚਰਨਾਂ ਕਮਲਾਂ ਦੇ ਪਿੰਜਰੇ ਵਿੱਚ ਆਪਣੇ ਮਨ ਦਾ ਪੰਛੀ ਮਮੂਲਾ ਪਾ ਦਿੱਤਾ, ਹੁਣ ਇਹਨੂੰ ਤੇਰੇ ਚਰਨਾਂ ਦੀ, ਤੇਰੇ ਪਿਆਰ ਦੀ ਸਦਾ ਵੀ ਬੋਲੀ ਆ ਜਾਵੇ। ਚੌਪਈ ਸੁਨਤ ਬੇਨਤੀ ਕਰੀ ਜੋਰਾਉ, ਬੋਲੇ ਸ੍ਰੀ ਗੁਰ ਮਿਰਦਲ ਸੁਭਾਉ। ਕੋਮਲ ਸੁਭਾਅ ਵਾਲੇ ਸਤਿਗੁਰੂ ਕਹਿੰਦੇ ਰਾਏ ਬੁਲਾਰ ਸਾਹਿਬ ਜੀ ਜਿਸ ਪਲੰਘੇ ਤੇ ਤੁਸੀਂ ਬੈਠੇ ਹੋ ਕਿਹਦਾ ਏ? ਅੱਜ ਇਸ ਮਹਿਲ 'ਚ ਬੈਠੇ ਹੋ ਕਿਹਦਾ ਏ? ਆ ਸਰੀਰ ਕਿਸ ਦਾ ਏ? ਰਾਏ ਬੁਲਾਰ ਸਾਹਿਬ ਦੀਆਂ ਅੱਖਾਂ 'ਚ ਹੰਝੂ ਆ ਗਏ। ਇਸ ਸਵਾਲ ਕੋਈ ਸਾਨੂੰ ਕਰੇ ਭਾਈ ਜਿੱਥੇ ਖੜਾ ਹੈ, ਕਹਿੰਦਾ ਯਾਰ ਕੋਠੀ ਮੇਰੀ ਤੈਨੂੰ ਨਹੀਂ ਪਤਾ, ਸਾਰੇ ਲੋਕਾਂ ਨੂੰ ਪਤਾ ਸਾਡਾ ਘਰ ਹੈ, ਫਲਾਣਾ ਸਿੰਘ ਇੱਥੇ ਵੱਸਦਾ ਹੈ, ਇਹ ਹੰਕਾਰ ਆ। ਪਰ ਗੁਰੂ ਸਾਹਿਬ ਨੇ ਬੜੀ ਬਰੀਕੀ ਨਾਲ ਪੁੱਛਿਆ ਇਹ ਜ਼ਮੀਨ, ਜਾਇਦਾਦ, ਸਰੀਰ, ਸੋਹਣੀ ਪਗੜੀ, ਸੇਵਾਦਾਰ ਕਿਸ ਨੇ? ਰਾਏ ਬੁਲਾਰ ਸਾਹਿਬ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਆਖੋ ਸਤਿਨਾਮ। ਦੁਨਿਆਵੀ ਬੰਦਾ ਤੇ ਕਹੂਗਾ ਕਿ ਤੇ ਮੇਰੇ ਆ, ਫਿਰ ਮੈਂ ਕੌਣ ਆ? ਸਰੀਰ ਉਹਦੇ ਬਾਰੇ ਤੇ ਤੇਰਾ ਹੈ ਹੀ ਨਹੀਂ। ਜੇ ਤੇਰਾ ਹੁੰਦਾ ਤੇ ਤੂੰ ਬੁੱਢਾ ਹੋਣ ਦਿੰਦਾ ਇਹਨੂੰ? ਅਸੀਂ ਲੱਖ ਯਤਨ ਕਰਦੇ ਆ ਵੀ ਮੇਰੀ ਜਵਾਨੀ ਦਿਸੇ, ਮੈਂ ਬੁੱਢਾ ਨਾ ਹੋਵਾਂ, ਮੇਰੇ ਚਿੱਟੇ ਵਾਲ ਨਾ ਦਿਸਣ, ਕਰਦੇ ਆ ਕਿਉਂਕਿ ਮੇਰਾ ਸਰੀਰ ਮੰਨਦੇ ਆ, ਪਰ ਉਹ ਪਤਾ ਹੀ ਨਹੀਂ ਲੱਗਦਾ ਕਦੋਂ ਬੁਢਾਪੇ ਵਾਲੇ ਪਾਸੇ ਜਾਈ ਜਾਂਦਾ ਹੈ। ਰੋਕਿਆ ਰੁਕਦਾ ਹੀ ਨਹੀਂ ਹੈ। ਬੰਦਾ ਡਾਈਟ ਚਾਰਟ ਤੇ ਲੱਗਾ, ਫਰੂਟ ਖਾਣ ਤੇ ਲੱਗਾ, ਸਬਜ਼ੀਆਂ ਕੱਚੀਆਂ ਖਾਣ ਤੇ ਲੱਗਾ, ਲੋਕਾਂ ਦਾ ਲਹੂ ਪੀਣ ਲੱਗਾ ਵੀ ਮੈਂ ਮਹਿੰਗੇ ਤੋਂ ਮਹਿੰਗਾ ਸਮਾਨ ਖਾਵਾਂ ਤੇ ਜਵਾਨ ਰਹਾਂ। ਪਰ ਸੱਚੀ ਗੱਡੀ ਆਪਣੀ ਹੈ, ਆਪਣੀ ਮਰਜ਼ੀ ਨਾਲ ਚੱਲਦੀ, ਚਲਾਉਣਿਆਂ ਤੇ ਚੱਲਦੀ ਹੈ, ਸਰੀਰ ਕਿਉਂ ਨਹੀਂ ਚੱਲਦਾ? ਇਹ ਕਿਉਂ ਆਪਣੀ ਮਰਜ਼ੀ ਨਾਲ ਬੁਢਾਪੇ ਵਾਲੇ ਪਾਸੇ ਲਈ ਜਾਂਦਾ ਹੈ? ਇਹ ਸਾਡੀ ਮਰਜ਼ੀ ਨਾਲ ਇਹਨੂੰ ਬੁਖਾਰ ਨਹੀਂ ਚੜ੍ਹਦਾ, ਸਾਡੀ ਮਰਜ਼ੀ ਨਾਲ ਉਤਰਦਾ ਨਹੀਂ। ਤੇ ਸਾਨੂੰ ਉਦੋਂ ਪਤਾ ਲੱਗਦਾ ਵੀ ਯਾਰ ਅੱਜ ਤੁਰਿਆ ਨਹੀਂ ਜਾਂਦਾ, ਅੱਜ ਮੈਂ ਦੁਖੀ ਬੜਾ, ਕਿਉਂ? ਬਸ ਫੀਵਰ, ਬੁਖਾਰ ਹੈ। ਜੇ ਤੇਰੀ ਮਰਜ਼ੀ ਚੱਲਦੀ ਹੁੰਦੀ ਤੇ ਤੂੰ ਤੇ ਸਿਰ ਨਾ ਦੁਖਣ ਦਿੰਦਾ। ਆਖੋ ਸਤਿਨਾਮ। ਸੱਚੀ ਗੱਲ ਆ ਨਾ ਇਹ। ਸਰੀਰ ਮੇਰਾ ਪਰ ਮੇਰੇ ਵੱਸ ਦੀ ਨਹੀਂ ਹੈ। ਨਾ ਮੇਰੇ ਵੱਸ ਤੰਦਰੁਸਤ ਹੋਣਾ, ਨਾ ਮੇਰੇ ਵੱਸ ਬਿਮਾਰ ਹੋਣਾ, ਨਾ ਮੇਰੇ ਵੱਸ ਤੁਰਨਾ ਫਿਰਨਾ। ਹੈ ਕਿਹਦੇ ਹੈ? ਮਾਣ ਦੀ ਇੱਟਾਂ ਚ ਕੀ ਕਰਦੇ? ਗੁਰੂ ਸਾਹਿਬ ਇਹੀ ਗੱਲ ਪੁੱਛਦੇ ਆ ਕਿ ਇਹ ਸਭ ਕੁਝ ਕਿਹਦਾ ਹੈ?
नेत्रां चुते पुते हंझू इधर समा हो गया है, क्योंकि एक कथा हुण जिहड़ी है ना स्टैप बाय स्टैप बहुत डूंगी जानी है, बड़ी स्रोत वाली है। कोशिश करियो कल की कथा तो पहला 5 मिनट बैठ के अपना अपना सिमरन कर लियो। प्यार वाली संगत जिहड़े टाइम पास करना भी उन्होंने भी कहा, जिहड़े प्रेम से जुड़ के सुनते हैं ना ਤਾਂ ਸਮਝ ਆਉਣਾ ਹੈ। 5-4-2 ਮਿੰਟ ਜਿੰਨਾ ਬੈਠੇ ਹੋ ਮਨ ਹੀ ਮਨ ਸਿਮਰਨ ਕਰਕੇ ਬੈਠੇ ਹੋ, ਵੇਖਿਓ ਫਿਰ ਕੱਲ ਕਿੰਨਾ ਆਨੰਦ ਤੇ ਕਿੰਨਾ ਰਸ ਆਉਣਾ ਹੈ। ਕੱਲ ਦੇ ਬਚਨ ਗੁਰੂ ਬਾਬਾ ਜੀ ਦੇ ਸੱਚਖੰਡ ਦੇ ਬਚਨ ਹੋਣਗੇ। ਮਰਦ ਕਿਰਪਾ ਕਰ ਕਿਤੇ ਸਾਡਾ ਵੀ ਭਲਾ ਹੋ ਜੇ। ਵਾਹਿਗੁਰੂ 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 ਵਾਹਿਗੁਰੂ